वाहिगुरु जी का खालसा वाहिगुरु जी की फतेह। गुरु चरना विच दूरों नेड़ेों चल करके अत्यंत शरधा ते प्रेम दे नाल शाम के दीवाना विच आप जी जुड़ बैठे हो। भागा भरिया अवसर सतगुरां दी किरपा दे नाल मिलिया। आओ इस समय नूं गुरु प्यार विच जुड़ के सफला बनाइए। चल रहे गुर इतिहास के पावन प्रसंगां विचों आप जी ने सरवण कीता सी जगत गुरु गुरु नानक पातशाह जदों काबे की धरती ते आके सजे पखर दी बंदरगाह ते आए हुए हाजियां ने वेखिया भी एक साल पहला इत्थे किवें आ गए जे एक खुदा दा इलाही रूप ने। सानू करामात विखाउण गुरु नानक पातशाह जी ने सोटा चला करके काबे की दीवार विच मारिया। धरती चो झरना फुटिया। इस तरह मात नूं वेख के इस्लाम दे सारे लोग सतगुरां दे चरण तरसन लग गए। निशानी वजों सतगुरां दी दूजी खड़ाम उन्हां मंगी है। लैके खड़ाव एक काबे च रखी दूजी मदीने विच। काफी समा सतगुरां ने इत्थे बतीत कीता। एक दिन सहज सुभाअ कहंदे मरदानिया साडे वड्डे भैण बेबे नानकी जी सानू चेते करदे ने हुणे ही जाना पएगा। आखण लगे पातशाह रात्रि का समा हो गया किथे जावांगे। सवेर होंदियां आपां इथों चलांगे। गुरु नानक साहब महाराज कहंदे नहीं भाई बचन दिता होया जद भी वो चेते करनगे असीं जावांगे। इन्हां सारे प्रकरणां नूं आप जी ने विस्तार सहित सुनिया। आओ कुछ समा मन चित बिरतियां नूं एकाग्र चित बनाइए। प्रेम दी पाओ सांझ बख्शो आसीस गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा गुरु कहें तूरन चलें अब ही पुर सुल्तान। सुसा संग मम बचन है क्यों कर सके सोहान। ये पावन कथा भाई बाला जी आवाज बहुत ज्यादा है गुरु अंगद देव पातशाह जी के दरबार विच संगतां दे ताईं सुना रहे हैं। आखदे आ साहब जी जिस वेले असी मक्के तो बाहर बैठे हैं गुरु नानक साहब जी ने अपने मन का फुरना दसिया भाई मरदाना जी नूं। मरदानिया चल चलिए
ਕਹਿੰਦੇ ਪਾਤਸ਼ਾਹ ਜਾਣ ਦਾ ਵੇਲਾ ਨਹੀਂ, ਸਵੇਰ ਹੁੰਦਿਆਂ ਚੱਲਾਂਗੇ। ਗੁਰੂ ਬਾਬਾ ਜੀ ਕਹਿੰਦੇ ਨਹੀਂ ਮਰਦਾਨਿਆਂ, ਭੈਣ ਨਾਨਕੀ ਚੌਂਕੜਾ ਲਾ ਕੇ ਬੈਠੇ ਨੇ, ਨੇਤਰਾਂ ਵਿੱਚ ਅਥਰੂ ਨੇ, ਅਸੀਂ ਉਹਨਾਂ ਨਾਲ ਵਚਨ ਕੀਤਾ ਸੀ, ਜਦ ਜਦ ਤੁਸੀਂ ਸਾਨੂੰ ਯਾਦ ਕਰੋਗੇ ਤਦ ਤਦ ਅਸੀਂ ਦੌੜ ਕੇ ਆਵਾਂਗੇ, ਭਾਵੇਂ ਬ੍ਰਹਿਮੰਡ ਵਿੱਚ ਕਿਤੇ ਵੀ ਹੋਈ। ਜਦੋਂ ਗੁਰੂ ਸਾਹਿਬ ਜੀ ਨੇ ਬਚਨ ਆਖਿਆ ਤੇ ਮੈਨੂੰ ਪੁੱਛਦੇ ਆ ਮਹਾਰਾਜ ਬਾਲਿਆ ਕਿਵੇਂ ਕਰਨਾ ਭਾਈ? ਮੈਂ ਕਿਹਾ ਸਾਹਿਬ ਜੀ ਆਪ ਜੀ ਦੀ ਬਾਤ ਹੈ, ਜੇ ਆਪ ਜੀ ਦਾ ਚਿੱਤ ਕਰਦਾ ਹੈ ਹੁਣੇ ਜਾਣਾ ਤਾਂ ਕੋਈ ਬਹੁਤੀ ਦੂਰ ਨਹੀਂ। ਅਸ ਕੈ ਗਮਨੇ ਤੁਰਤ ਹੀ, ਹੁਤੋ ਸੋ ਸੰਧਿਆ ਕਾਲ। ਉਸ ਵੇਲੇ ਸੰਧਿਆ ਦਾ ਸਮਾਂ ਸੀ, ਸੂਰਜ ਛਿਪ ਚੁੱਕਿਆ ਸੀ, ਰਾਤ ਦਾ ਪਹਿਲਾ ਪਹਿਰ। ਗੁਰੂ ਬਾਬਾ ਜੀ ਇੱਕਦਮ ਉੱਠੇ, ਕਹਿੰਦੇ ਚੱਲ ਮਰਦਾਨਿਆ ਚੱਲੀਏ, ਸਮਾਨ ਚੁੱਕਿਆ, ਰਵਾਬ ਰੱਖੀ ਮੋਢੇ ਤੇ। ਭਾਈ ਮਰਦਾਨਾ ਜੀ ਨੇ ਕਾਬੇ ਦੀ ਦੀਵਾਰ ਨਾਲ ਚੱਲਦੇ ਚੱਲਦੇ ਕਾਫੀ ਦੂਰ ਚਲੇ ਗਏ। ਦੋਨੇ ਗੁਰੂ ਕੇ ਸਿੱਖਾਂ ਨੇ ਇੱਕ ਦੂਜੇ ਦੇ ਹੱਥ ਫੜੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਆਖੋ ਸਤਿ ਕਰਤਾਰ। ਸਿਰਫ ਇੰਨਾ ਕਹਿਣ ਦਾ ਹੀ ਸਮਾਂ ਸੀ। ਅੱਖਾਂ ਦੇ ਸਾਹਮਣੇ ਭਾਈ ਬਾਲਾ ਜੀ ਕਹਿੰਦੇ ਹਨੇਰਾ ਛਾ ਗਿਆ, ਜਿਵੇਂ ਲਾਈਟ ਚਲੀ ਗਈ ਹੋਵੇ, ਇੱਕਦਮ ਹਨੇਰਾ ਦਿਸਣ ਲੱਗ ਪਿਆ। ਘਟੀ ਨਿਸਾ ਬੀਤੀ ਜਬੈ, ਪਹੁੰਚੇ ਨਗਰ ਕਿਰਪਾਲ। ਸਤ ਕਰਤਾਰ ਕਹਿਣ ਦੀ ਦੇਰ ਸੀ, ਪਹਿਲੀ ਇੱਕ ਘੜੀ 20 ਤੋਂ 22 ਮਿੰਟ ਦਾ ਹੀ ਸਮਾਂ ਲੱਗਿਆ। ਸਾਊਦੀ ਅਰਬ ਦੀ ਧਰਤੀ ਤੋਂ ਆਲੋਕ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਪੰਜਾਬ ਦੀ ਧਰਤੀ ਸੁਲਤਾਨਪੁਰ ਲੋਧੀ ਕੁਝ ਪਲਾਂ 'ਚ ਹੀ ਆ ਗਏ। ਆਖੋ ਸਤਨਾਮ। ਜਦੋਂ ਭਾਈ ਬਾਲੇ ਮਰਦਾਨੇ ਨੇ ਨੇਤਰ ਖੋਲ ਕੇ ਵੇਖਿਆ, ਦੂਰ ਦੂਰ ਤੱਕ ਨਗਰ ਦੀਆਂ ਜੂਹਾਂ ਦਿਸਦੀਆਂ ਨੇ। ਵੇਈ ਦੇ ਕਿਨਾਰੇ ਗੁਰੂ ਪਾਤਸ਼ਾਹ ਜੀ ਆਏ। ਹੈਰਾਨੀ ਹੋ ਰਹੀ ਹੈ, ਝਟਪਟ ਕੋਹਾਂ ਦਾ, ਮਈਲਾਂ ਦਾ, ਕਿਲੋਮੀਟਰਾਂ ਦਾ ਸਫ਼ਰ ਪਾਤਸ਼ਾਹ ਦੇ ਨਾਲ ਅਸੀਂ ਹੁਣੇ ਸਰ ਕਰਕੇ। ਅਜੇ ਤੇ ਰਾਤ ਦਾ ਹੀ ਸਮਾਂ ਸੀ, ਕਹਿੰਦੇ ਅੱਧੀ ਇੱਕ ਘੜੀ ਪੌਣੀ ਘੜੀ ਦਾ ਫਰਕ ਸੀ, ਕਿਉਂਕਿ ਇੱਥੇ ਤੇ ਉੱਥੇ ਦੇ ਸਮੇਂ ਦਾ ਥੋੜਾ ਜਿਹਾ ਫਰਕ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਸਨਾ ਤੋਂ ਇੱਕ ਓੰਕਾਰ ਆਖਿਆ ਏ। ਕਬਿਤ ਤੁਲਸਾਂ ਜੋ ਦਾਸੀ ਸੋ, ਦੇਖ ਹਰ ਖਾਈ ਕਹੈ, ਬਹੁ ਜੀ ਵਧਾਈ। ਤੁਮ ਭਰਾਤ ਆਇਓ ਜਾਨੀਏ। ਸਾਹਿਬ ਜੀ ਚੱਲੇ ਨੇ ਭਾਈ ਬਾਲਾ ਤੇ ਮਰਦਾਨਾ ਦੇ ਸਮੇਤ। ਰਾਤ ਦਾ ਸਮਾਂ, ਸੁਲਤਾਨਪੁਰ ਲੋਧੀ ਦੀਆਂ ਗਲੀਆਂ ਵਿੱਚ ਸੁੰਨਸਾਨ ਪਸਰੀ ਹੈ। ਸੁਭਾਵਿਕ ਹੈ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਜਾਈਏ 7 ਵਜੇ ਤੋਂ ਬਾਅਦ ਸਨਾਟਾ ਹੁੰਦਾ ਹੈ। ਸਹਿਜ ਸੁਭਾਅ ਚੱਲਦੇ ਚੱਲਦੇ ਗੁਰੂ ਪਾਤਸ਼ਾਹ ਜੀ ਬਾਜ਼ਾਰ ਵਿੱਚੋਂ ਹੋ ਕੇ ਮੋਦੀ ਖਾਨੇ ਕੋਲੋਂ ਲੰਘ ਕੇ ਬੇਬੇ ਨਾਨਕੀ ਜੀ ਦੀ ਦਹਲੀਜ਼ ਤੇ ਆ ਗਏ, ਦਰਵਾਜ਼ੇ ਤੇ ਆ ਗਏ। ਕਹਿੰਦੇ ਉਸ ਵੇਲੇ ਤੁਲਸਾਂ ਦਾ ਸੀ, ਜੋ ਕਿਸੇ ਕੰਮ ਲਈ ਚੁਬਾਰੇ ਤੋਂ ਹੇਠਾਂ ਆਈ ਸੀ। ਸੁਭਾਵਿਕ ਜਦੋਂ ਉਹਦੀ ਨਜ਼ਰ ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਮਰਦਾਨਾ ਜੀ ਤੇ ਪਈ, ਉਹਨੇ ਖੁਸ਼ੀ 'ਚ ਰੌਲਾ ਪਾਤਾ, ਗੁਰੂ ਸਾਹਿਬ ਕੈਸਾ ਸਮਾਂ ਹੋਣਾ ਜੀ। ਦੌੜ ਕੇ ਪੌੜੀ ਚੜੀ, ਆਖਣ ਲੱਗੀ, ਬਹੂ ਵੇਖ ਬਾਹਰ ਤੇਰਾ ਵੀਰ ਆਇਆ। ਤੁਲਸਾਂ ਦਾਸੀ ਬੇਬੇ ਨਾਨਕੀ ਨੂੰ ਬੜੀ ਮਿੱਠੀ ਆਵਾਜ਼ ਵਿੱਚ ਇਹ ਬਚਨ ਆਖਦੇ ਨੇ। ਭੈਣ ਨਾਨਕੀ ਤੇ ਚੌਂਕੜਾ ਲਾ ਕੇ ਬੈਠੇ ਸੀ, ਨੇਤਰ ਬੰਦ ਹਨ, ਗੁਰੂ ਪਿਆਰੇ ਸਤਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਨੇ। ਮੁੱਦਤਾਂ ਹੀ ਹੋ ਗਈਆਂ, ਲੰਮਾ ਸਮਾਂ ਹੋ ਗਿਆ, ਸਤਿਗੁਰਾਂ ਦੇ ਦੀਦਾਰ ਨਹੀਂ ਹੋਏ। ਤਕਰੀਬਨ 1.5 ਸਾਲ ਤੇ ਗੁਰੂ ਸਾਹਿਬ ਨੇ ਇਸ ਉਦਾਸੀ ਤੇ ਲਾ ਦਿੱਤੇ। ਉਹ ਤੋਂ ਪਹਿਲਾਂ ਦੇ ਆਏ ਹੋਏ ਨੇ, ਕਿੱਥੇ ਕਿੱਥੇ ਜਾ ਆਏ, ਢਾਕਾ, ਬੰਗਾਲ, ਚਾਈਨਾ, ਇਹ ਸਾਰਾ ਇਲਾਕਾ ਤਿੱਬਤ ਦਾ ਸਾਹਿਬਾਨ ਨੇ ਫੇਰੀ ਦੌਰਾਨ ਤੈਅ ਕਰ ਲਿਆ। ਜਦੋਂ ਤੁਲਸਾਂ ਦੀ ਆਵਾਜ਼ ਕੰਨਾਂ ਵਿੱਚ ਪਈ, ਯਕੀਨ ਨਹੀਂ ਹੁੰਦਾ। ਅੰਤਾਂ ਦੀ ਖੁਸ਼ੀ ਵਿੱਚ ਚੌਂਕੜੇ ਚੋਠੇ ਭੱਜ ਕੇ ਪੌੜੀ ਉਤਰੇ ਨੇ। ਢਾਈ ਹਰ ਖਾਈ ਫਨ ਰਾਈ, ਮਨ ਪਾਈ ਮਨੋ
ਘਰੀ ਸੁਖਦਾਈ ਸੋ ਭਈ ਅਪਰਮਾਨੀਏ। ਗੁਰੂ ਨਾਨਕ ਸਾਹਿਬ ਮਹਾਰਾਜ ਦਰਵਾਜ਼ੇ ਤੇ ਖੜੇ ਨੇ, ਤੁਲਸਾਂ ਦਾਸੀ ਸਰੋਂ ਦਾ ਤੇਲ ਲੈ ਕੇ ਆਈ ਕੌਲੀ ਵਿੱਚ ਪਾ ਕੇ, ਦੋਨੇ ਬੂਹਿਆਂ ਤੇ ਚੋਇਆ। ਰਵਾਇਤ ਸੀ, ਰਿਵਾਜ ਸੀ ਉਹਨਾਂ ਸਮਿਆਂ ਦੇ, ਤੇ ਪੰਜਾਬ ਵਿੱਚ ਅੱਜ ਵੀ ਨੇ, ਭਾਵੇਂ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਨਵੀਂ ਗੱਡੀ ਘਰੇ ਆਵੇ, ਨਵਾਂ ਪਰਿਵਾਰ ਦਾ ਜੀ ਆਵੇ, ਕੋਈ ਮਹਿਮਾਨ ਆਵੇ, ਬੂਹਿਆਂ ਤੇ ਤੇਲ ਚੋਇਆ ਜਾਂਦਾ। ਗੁਰੂ ਸਾਹਿਬ ਵੇਖ ਕੇ ਮੁਸਕਰਾਉਂਦੇ ਰਹੇ। ਬੇਬੇ ਨਾਨਕੀ ਭੈਣ ਜੀ ਘਰ ਦੀਆਂ ਕੱਚੀਆਂ ਪੌੜੀਆਂ ਤੋਂ ਦੌੜ ਕੇ ਆਏ ਨੇ, ਜਦੋਂ ਦੂਰੋਂ ਖੜ ਕੇ ਇੱਕ ਵਾਰ ਵੇਖਿਆ ਨਜ਼ਰ ਭਰ ਕੇ, ਵੀਰ ਜੀ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦਿਸਦਾ ਰਹੇ ਨੇ, ਨਜ਼ਰ ਆਉਂਦੇ ਨੇ, ਪਰ ਯਕੀਨ ਨਹੀਂ ਹੁੰਦਾ ਕਿ ਕਿਤੇ ਸੁਪਨਾ ਤੇ ਨਹੀਂ ਆ ਰਿਹਾ। ਗੁਰੂ ਸਾਹਿਬ ਭੈਣ ਜੀ ਨੂੰ ਵੇਖ ਕੇ ਮੁਸਕਰਾ ਪਏ, ਕਹਿੰਦੇ ਬੇਬੇ ਜੀ ਲੰਘ ਆਓ। ਪਾਕਿਸਤਾਨ ਵਿੱਚ ਅੱਜ ਵੀ ਵੱਡੀ ਭੈਣ ਨੂੰ ਬੇਬੇ ਕਿਹਾ ਜਾਂਦਾ ਹੈ, ਬਾਜੀ ਕਿਹਾ ਜਾਂਦਾ ਹੈ। ਇਹ ਅਲੱਗ-ਅਲੱਗ ਸ਼ਬਦ ਨੇ, ਆਪਣੇ ਆਪਣੇ ਇਲਾਕੇ ਦੀ ਬੋਲੀ ਹੁੰਦੀ ਹੈ। ਜਦੋਂ ਸਤਿਗੁਰਾਂ ਦੀ ਮੁਬਾਰਕ ਰਸਨਾ ਦੇ ਅੰਮ੍ਰਿਤ ਬਚਨ ਅੱਜ ਮੁੱਦਤਾਂ ਬਾਅਦ ਸੁਣੇ, ਅੱਖਾਂ ਵਿੱਚੋਂ ਨੀਰ ਵਗਿਆ ਏ। ਦੇਖ ਨਿਜ ਭਾਈ ਪਦ ਕੰਜ ਲਪਟਾਏ, ਗੁਰੂ ਹੱਥ ਸੋਚਾਏ ਸਨਮਾਨਤ ਮਹਾਨੀਏ। ਖੜ ਕੇ ਵੇਖ ਕੇ ਨਜ਼ਰਾਂ ਭਰ ਕੇ ਬੇਬੇ ਨਾਨਕੀ ਭੱਜ ਕੇ ਗੁਰੂ ਨਾਨਕ ਸਾਹਿਬ ਜੀ ਦੀ ਤਰਫ ਗਏ। ਦੌੜ ਕੇ ਸਤਿਗੁਰਾਂ ਦੇ ਚਰਨਾਂ ਨੂੰ ਏਦਾਂ ਫੜਿਆ, ਲਪੇਟਾਂ ਮਾਰਿਆ ਜਿਵੇਂ ਚੰਦਨ ਦੇ ਰੁੱਖ ਦੇ ਨਾਲ ਜ਼ਹਿਰੀਲੇ ਨਾਗ ਲਿਪਟ ਜਾਂਦੇ ਨੇ। ਗੁਰੂ ਬਾਬਾ ਜੀ ਨੇ ਬੜੀ ਕੋਸ਼ਿਸ਼ ਕੀਤੀ ਹੈ ਭੈਣ ਜੀ ਚਰਨੀ ਹੱਥ ਨਾ ਲਾਉਣ, ਪਰ ਉਹ ਧਿਆਨ ਡਿੱਗੇ ਚਰਨਾਂ 'ਚ, ਸਿਰ ਰੱਖ ਦਿੱਤਾ, ਮੱਥਾ ਟੇਕ ਦਿੱਤਾ, ਹੰਝੂਆਂ ਦੇ ਨਾਲ ਚਰਨਾਂ ਨੂੰ ਸੇਜਲ ਕੀਤਾ। ਸਤਿਗੁਰਾਂ ਨੇ ਬੜੇ ਅਦਬ ਦੇ ਨਾਲ ਭੈਣ ਜੀ ਨੂੰ ਬਾਹਾਂ ਤੋਂ ਫੜਿਆ, ਉਠਾਇਆ, ਕਹਿੰਦੇ ਭੈਣੇ ਮੇਰੀਏ ਇਹ ਗੁਨਾਹ ਨਾ ਕਰ, ਨਾ ਕਰ, ਬਖਸ਼ ਮੈਨੂੰ, ਇਸੇ ਕਰਕੇ ਨਹੀਂ ਅਸੀਂ ਆਉਂਦੇ। ਪਰ ਪਿਆਰ ਵਿੱਚ ਭਿੱਜੇ ਬੇਬੇ ਨਾਨਕੀ ਜੀ ਸਦੀਆਂ ਤੋਂ ਬਾਅਦ ਅੱਜ ਗੁਰੂ ਨਾਨਕ ਪਾਤਸ਼ਾਹ ਨੂੰ ਤੱਕਿਆ, ਉਹ ਉੱਠਣਾ ਨਹੀਂ ਚਾਹੁੰਦੇ। ਸਤਿਗੁਰਾਂ ਨੇ ਜ਼ਬਰਦਸਤੀ ਧੱਕੇ ਦੇ ਨਾਲ, ਸ਼ਰਧਾ ਆਸਥਾ ਦੇ ਨਾਲ ਆਪਣੇ ਵੱਡੇ ਭੈਣ ਜੀ ਨੂੰ ਚਰਨਾਂ ਤੋਂ ਹਟਾਇਆ। ਕਹਿੰਦੇ ਭੈਣੇ ਚਰਨਾਂ ਵਿੱਚ ਤੁਹਾਡੀ ਥਾਂ ਨਹੀਂ, ਤੁਹਾਡੇ ਚਰਨਾਂ ਵਿੱਚ ਸਾਡੀ ਥਾਂ ਹੈ। ਇਹ ਅਦਬ ਸਤਿਕਾਰ ਹੁੰਦਾ ਏ। ਬੋਲੇ ਦੁਖ ਦਾਹੀ ਇਨੋ ਜਾਦ ਮਨ ਮਾਹੀ, ਜਾਂ ਤੇ ਆਇਓ ਤੁਮ ਪਾਹੀ, ਨਿੱਕੇ ਹਿਰਦੇ ਪਹਿਚਾਨੀਏ। ਭੈਣ ਨਾਨਕੀ ਦੇ ਨੇਤਰਾਂ 'ਚ ਅਥਰੂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਸੀਸ ਉੱਤੇ ਹੱਥ ਰੱਖਤਾ। ਇਹ ਸਾਡੇ ਪੰਜਾਬ ਦਾ ਸੱਭਿਆਚਾਰ ਹੈ। ਭੈਣ ਭਰਾ ਕਦੇ ਗਲਵਕੜੀ ਨਹੀਂ ਹੁੰਦੇ। ਕਦੇ ਅੱਜ ਵੀ ਸੱਭਿਆਚਾਰ ਵੇਖਿਓ, ਪਰ ਅਜੋਕੇ ਸਮੇਂ ਦਾ ਸੱਭਿਆਚਾਰ ਤੇ ਇੰਨਾ ਗੰਦਾ ਹੈ, ਜੋ ਮਾੜਾ ਸੋਚ ਲੋਗੇ ਉਹ ਚੱਲ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਸਿਰ ਤੇ ਹੱਥ ਰੱਖਿਆ। ਪਿਤਾ ਤੇ ਭਰਾ ਧੀਆਂ ਦੇ ਸਿਰਾਂ ਤੇ ਹੱਥ ਰੱਖਦੇ ਆ, ਕਦੇ ਗਲਵਕੜੀਆਂ ਨਹੀਂ ਪਾਉਂਦੇ। ਇਹ ਰੁਤਬਾ ਹੈ ਉਹਨਾਂ ਦਾ, ਆਦਰ ਹੈ। ਕਿਉਂਕਿ ਪਿਤਾ ਤੋਂ ਬਾਅਦ ਜੇ ਪਿਤਾ ਦਾ ਰਸੂਖ ਕੋਈ ਰੱਖਦਾ ਹੈ, ਉਹ ਘਰ ਦੇ ਵਿੱਚ ਭਰਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਦੋਨੇ ਹੀ ਹੱਥ ਰੱਖਦੇ। ਦੋਨੋਂ ਹੱਥਾਂ ਦਾ ਭਾਵ ਕੀ ਹੁੰਦਾ ਹੈ? ਆਪ ਤੋਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ, ਇਹ ਹੁੰਦਾ ਸਤਿਕਾਰ, ਪ੍ਰੇਮ। ਇੱਕ ਹੱਥ ਰੱਖੋਗੇ, ਆਪ ਤੋਂ ਛੋਟੇ ਦੇ ਸਿਰ ਤੇ ਇੱਕ ਹੱਥ ਰੱਖਿਆ ਜਾਂਦਾ ਹੈ। ਕੋਈ ਬਹੁਤਾ ਵੱਡਾ ਹੋਵੇ, ਭਰਾ ਭੈਣ, ਪਿਆਰ ਦਾ ਰੁਤਬਾ ਦੇਣਾ ਹੋਵੇ ਤੇ ਕਹਿੰਦੇ ਦੋਨੋਂ ਹੱਥ ਸਿਰ ਤੇ ਰੱਖੇ ਜਾਂਦੇ। ਅੱਜ ਵੀ ਕਦੇ ਬਜ਼ੁਰਗਾਂ ਨੂੰ ਵੇਖੇ, ਪੈਰੀ ਹੱਥ ਲਾਓ, ਜਾ ਕੇ ਮਿਲੋ। ਜਿਹੜੇ ਸਿਆਣੇ ਬਜ਼ੁਰਗ ਨੇ ਨਾ, ਸੋਝੀ ਵਾਲੇ, ਵੱਡੀ ਧੀ ਹੋਊਗੀ ਦੋਨੇ ਹੱਥ ਸਿਰ ਤੇ ਰੱਖ ਦੇਣਗੇ, ਛੋਟੀ ਧੀ ਹੋਊਗੀ ਇੱਕ ਹੱਥ ਰੱਖ ਦੇਣਗੇ ਤੇ ਪਿਆਰ ਦੇਣਗੇ। ਇਹਨੂੰ ਕਹਿੰਦੇ ਆ ਕਿਸਮਤ ਨਾਲ ਬਜ਼ੁਰਗਾਂ ਦਾ ਪਿਆਰ ਮਿਲਦਾ ਹੈ, ਵੱਡਿਆਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਦੋਨੇ ਹੀ ਹੱਥ ਰੱਖਦੇ। ਹੱਥ ਰੱਖਣ ਦਾ ਭਾਵ ਕੀ ਹੈ? ਹੱਥਾਂ ਦੇ ਵਿੱਚ ਹੁੰਦੇ ਆ ਰਿਸੈਪਟਰ। ਜਦੋਂ ਇਹ ਕਿਸੇ ਦੇ ਸਿਰ ਉੱਤੇ ਖੁਸ਼ੀਆਂ ਦੇ ਨਾਲ ਛੋਏ ਜਾਂਦੇ ਆ ਨਾ, ਤੇ ਉਹ ਪੋਜ਼ਿਟਿਵਿਟੀ ਸਿਰੇ ਉੱਪਰ ਦੀ ਹੁੰਦੀ, ਪੈਰਾਂ ਤੱਕ ਆਉਂਦੀ ਹੈ। ਤੇ ਜਿਹਦੇ ਸਿਰੇ ਉੱਤੇ ਉਹ ਹੱਥ ਰੱਖੇ ਜਾਂਦੇ ਆ, ਜਿੱਥੋਂ ਅੱਜ ਕੱਲ੍ਹ ਰੇਕੀਆਂ ਰੁਕੀਆਂ ਚੱਲੀਆਂ ਨੇ, ਬੜੇ ਤਰ੍ਹਾਂ ਦੇ ਟ੍ਰੀਟਮੈਂਟ ਚੱਲਦੇ ਆ ਨਾ, ਸਿਰ ਤੇ ਹੱਥ ਰੱਖ ਕੇ ਕਿੰਨੀ ਦੇਰ ਤੱਕ ਕੁਝ ਸੋਚਦੇ ਬੋਲਦੇ ਰਹਿੰਦੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸੀਸ ਤੇ ਹੱਥ ਰੱਖਿਆ, ਭੈਣ ਜੀ ਨੂੰ ਥੋੜਾ ਜਿਹਾ ਦਿਲਾਸਾ ਹੋਇਆ। ਅੱਜ ਵੀ ਵੇਖ ਲਿਓ, ਕਦੇ ਕੋਈ ਬੰਦਾ ਰੋਂਦਾ ਹੋਵੇ ਨਾ, ਦੁਖੀ ਹੋਵੇ, ਚੁੱਪ ਕਰਕੇ ਪੋਜ਼ਿਟਿਵ ਹੋ ਕੇ ਹਮਾਇਤ ਨਾਲ ਉਹਦੇ ਸਿਰ ਤੇ ਦੋਨੇ ਹੱਥ ਰੱਖ ਦਿਓ, ਰੋਣੋਂ ਹਟ ਜੂਗਾ, ਖੁਸ਼ ਹੋ ਜੂਗਾ। ਉਹਨੂੰ ਇੱਕ ਬਹੁਤ ਵੱਡਾ ਹੌਸਲਾ ਮਿਲਦਾ ਹੈ।
ਇਹ ਪੁਰਾਤਨ ਵਿਗਿਆਨ ਹੈ। ਗੁਰੂ ਬਾਬਾ ਜੀ ਨੇ ਦੋਨੋਂ ਹੱਥ ਬੜੇ ਅਦਬ ਦੇ ਨਾਲ ਭੈਣ ਜੀਆਂ ਦੇ ਸੀਸ ਤੇ ਰੱਖੇ ਨੇ। ਦੋਹਰਾ ਮੰਚੜ ਸਾਇਓ ਬੈਸ ਗੇ, ਬੋਲੇ ਬੋਹਰ ਕਿਰਪਾਲ, ਕਹੋ ਸੁਸਾ ਨਿਜ ਕਾਜ ਅਬ, ਪੂਰੇ ਸੋ ਤਤਕਾਲ। ਜਦੋਂ ਭੈਣ ਨਾਨਕੀ ਸਤਿਗੁਰਾਂ ਦੇ ਚਰਨੀ ਹੱਥ ਲਾਉਂਦੇ, ਗੁਰੂ ਬਾਬਾ ਜੀ ਨੇ ਆਪ ਚਰਨੀ ਹੱਥ ਲਾਤੇ। ਹੱਥ ਜੋੜ ਕੇ ਸਤਿਗੁਰ ਕਹਿੰਦੇ, ਭੈਣੇ ਘਰ ਅੰਦਰ ਆਉਣ ਨੂੰ ਨਹੀਂ ਕਹੋਗੇ, ਬਿਠਾਓਗੇ ਨਹੀਂ। ਐਨੇ ਨੂੰ ਤੁਲਸਾਂ ਦਾਸੀ ਭੱਜ ਕੇ ਪਲੰਘਾਂ ਲੈ ਕੇ ਆਈ, ਕਿਉਂਕਿ ਇਹ ਪ੍ਰੇਮ ਹੈ। ਤੁਸੀਂ ਜਿਹਦੇ ਨਾਲ ਵੀ ਪ੍ਰੇਮ ਕਰਦੇ ਹੋ, ਭਰਾ ਹੋਵੇ, ਰਿਸ਼ਤੇਦਾਰ ਹੋਵੇ, ਸੱਜਣ ਹੋਵੇ, ਜਦ ਉਹ ਘਰੇ ਆਉਂਦੇ ਆ ਚਾਅ ਇੰਨਾ ਚੜ ਜਾਂਦਾ ਹੈ ਕਿ ਹੀ ਨਹੀਂ ਜਾਂਦਾ ਵੀ ਬਿਠਾਉਣਾ ਕਿੱਥੇ ਹੈ, ਕਿੱਥੇ ਬਿਠਾਵਾਂ। ਹਾਂ ਹੀ ਕੋਈ ਨਹੀਂ, ਸਾਰਾ ਘਰ ਥਾਂ ਨਾਲ ਭਰਿਆ, ਪਰ ਭੈਣ ਜੀ ਨੂੰ ਸੁਝਦਾ ਨਹੀਂ ਮੈਂ ਆਪਣੇ ਵੀਰ ਨੂੰ ਕਿਹੜੀ ਥਾਂ ਦੇ ਦਿਆਂ, ਕਿੱਥੇ ਬਿਠਾ ਦਿਆਂ। ਪਲੰਘਾਂ ਡਾਹਿਆ ਗਿਆ, ਗੁਰੂ ਸਾਹਿਬ ਬੈਠੇ। ਬੈਠਣ ਸਾਰ ਮਰਗ ਸੁਖ ਸੰਦ ਪੁੱਛਦੇ ਆ, ਫਿਰ ਦੂਜਾ ਸਵਾਲ ਕਰਦੇ, ਕਹਿੰਦੇ ਕਿਉਂ ਯਾਦ ਕੀਤਾ ਸੀ, ਕਾਰਨ ਪੁੱਛਦੇ ਆ, ਚੇਤਾ ਕੀਤਾ ਇੰਨੀ ਦੂਰੋਂ ਚੱਲ ਕੇ ਆਏ ਆ, ਪਰ ਇੱਕ ਵਾਰ ਵੀ ਐਸਾ ਨਹੀਂ ਜਤਾਇਆ ਵੀ ਤੁਸੀਂ ਯਾਦ ਕੀਤਾ ਸੀ। ਦੇਖੋ ਕਿੱਥੋਂ ਆ ਗਏ ਚੱਲ ਕੇ, ਸਾਊਦੀ ਅਰਬ ਤੋਂ, ਹਜ਼ਾਰਾਂ ਕਿਲੋਮੀਟਰ ਦੂਰ। ਐਹਸਾਨ ਥੋੜੀ ਹੈ, ਪ੍ਰੇਮ ਹੈ। ਫੇਰ ਦੂਜੀ ਵਾਰ ਦੁਹਰਾ ਕੇ ਸਤਿਗੁਰ ਕਹਿੰਦੇ, ਭੈਣ ਜੀ, ਬੇਬੇ ਜੀ, ਤੁਸੀਂ ਯਾਦ ਕੀਤਾ ਸੀ, ਕੋਈ ਤੇ ਕਾਰਨ ਹੋਣਾ। ਕਬਿਤ ਨਾਨਕੀ ਕਹਿਤ, ਚਿਤ ਚਾਹੇ ਦਰਸ਼ਨ ਹਿਤ, ਕੀਨੋ ਚਿਤ ਮਿਲੇ ਬਿਨ ਬਰਖ ਬਿਹਾਏ ਹੈ। ਬੇਬੇ ਨਾਨਕੀ ਜੀ ਹੱਥ ਜੋੜ ਕੇ ਸਾਹਮਣੇ ਖੜ ਗਏ। ਸਰੀਰ ਕੰਬਦਾ, ਅੱਖਾਂ ਚੋਂ ਹੰਝੂ ਡਿੱਗਦੇ ਆ, ਬੁੱਲ ਫਰਕਦੇ ਆ। ਕਹਿੰਦੇ ਸਤਿਗੁਰੂ ਯਾਦ ਆਉਂਦੀ ਸੀ ਤਾਂ ਯਾਦ ਕੀਤਾ, ਆਖੋ ਸਤਿਨਾਮ, ਚੇਤੇ ਤੇ ਹਰ ਪਲ ਕਰਦੇ, ਪਰ ਹੁਣ ਬੇਬਸ ਹੋ ਗਈ। ਯਾਦ ਮੈਂ ਤੁਹਾਨੂੰ ਹਰ ਪਲ ਹਰ ਸਾਹ ਨਾਲ ਕੀਤਾ। ਬੜੀ ਵਾਰ ਆਪਣਾ ਮਨ ਸਮਝਾਇਆ, ਗੁਰੂ ਪਾਤਸ਼ਾਹ ਦੁਨੀਆ ਦੇ ਉਧਾਰ ਲਈ ਗਏ ਆ, ਨਾ ਯਾਦ ਕਰਾਂ। ਪਰ ਸਾਹਿਬ ਜੀ ਜਦੋਂ ਬੇਵਸੀ ਹੋ ਗਈ, ਆਪੇ ਤੋਂ ਬਾਹਰ ਹੋ ਗਿਆ ਨਾ, ਫਿਰ ਮੈਂ ਬੈਠ ਕੇ ਚੌਂਕੜਾ ਲਾ ਕੇ ਤੁਹਾਨੂੰ ਆਵਾਜ਼ ਮਾਰੀ, ਸਾਹਿਬਾ ਆ ਜਾਓ, ਹੁਣ ਸਮਾਂ ਗੁਜ਼ਰਦਾ ਨਹੀਂ। ਰਾਤ ਨੇ ਬਿਸਾਰੀ ਮੋਹੇ, ਮੋਕੋ ਚਾ ਦੇਖੋ ਤੋਹੇ, ਐਸੇ ਕਹਿ ਆਖਣ ਤੇ ਆਸਨ ਟੋਰਾਏ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਸ ਇੰਨੀ ਗੱਲ ਸੀ। ਮੁਸਕਰਾ ਕੇ ਕਹਿੰਦੇ ਆ, ਬੇਬੇ ਨਾਨਕੀ ਰੋ ਪਈ ਭੁੱਬਾ ਮਾਰ ਕੇ, ਭੁੱਬਾ ਮਾਰ ਕੇ ਰੋਏ ਦੀ ਅੱਖਾਂ ਭਰੀਆਂ ਹੰਝੂਆਂ। ਮਰਦ ਕਹਿੰਦੇ, ਭੈਣੇ ਮੇਰੀ ਅੱਖਾਂ ਚੋਂ ਹੰਝੂ ਕਿਉਂ, ਵਿਰਾਗ ਕਿਉਂ? ਕਹਿੰਦੀ ਮੈਂ ਭੁੱਲ ਜਾਂਦੀ, ਸ਼ਾਇਦ ਤੁਸੀਂ ਬਖਸ਼ ਲੈਂਦੇ। ਰੱਬਾ ਮੇਰਿਆ ਡਾਢਿਆ, ਮੇਰਾ ਵੀਰ ਰੱਬ ਵਰਗਾ ਆਪਣੀ ਭੈਣ ਨੂੰ ਹੀ ਭੁੱਲ ਗਿਆ, ਆਖੋ ਸਤਿਨਾਮ। ਬੇਬੇ ਨਾਨਕੀ ਜੀ ਨੇ ਰੋ ਕੇ ਇਹ ਸ਼ਬਦ ਆਖੇ ਨੇ। ਕਿੰਨੀ ਭਾਵਨਾ ਅੰਦਰ ਹੋਣੀ, ਕਿੰਨਾ ਪ੍ਰੇਮ ਹੋਣਾ। ਇਹ ਕੋਈ ਦੁਨਿਆਵੀ ਭੈਣ ਭਰਾਵਾਂ ਵਾਲਾ ਰਿਸ਼ਤਾ ਥੋੜੀ ਹੈ, ਕੋਈ ਮੋਹ ਦੀ ਤੰਦ ਥੋੜੀ ਹੈ। ਇਹ ਰੱਬੀ ਰੂਹਾਂ ਦੇ ਰਿਸ਼ਤੇ ਨੇ। ਜੇ ਭੈਣ ਵਾਲੀ ਗੱਲ ਹੁੰਦੀ ਨਾ, ਉਹਨਾਂ ਕਹਿਣਾ ਸੀ ਮੈਂ ਵੱਡੀ ਹਾਂ ਤੇ ਤੁਸੀਂ ਛੋਟੇ ਹੋ, ਜਾ ਕੇ ਵਿਖਾਓ, ਬਾਹਰ ਨਿਕਲ ਕੇ ਵਿਖਾਓ। ਨਹੀਂ, ਕਿਉਂਕਿ ਮੋਹ ਦੇ ਰਿਸ਼ਤਿਆਂ ਤੇ ਤੁਸੀਂ ਜ਼ੋਰ ਅਜਮਾਇਸ਼ ਕਰ ਸਕਦੇ ਹੋ, ਪ੍ਰੇਮ ਦੇ ਰਿਸ਼ਤਿਆਂ ਦਾ ਸਿਰਫ ਸਤਿਕਾਰ ਕਰ ਸਕਦੇ, ਪ੍ਰੇਮ ਕਰ ਸਕਦੇ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਕਹਿੰਦੇ ਰੋਏ ਰਾਤ ਦਾ ਵੇਲਾ। ਤੁਲਸਾਂ ਦਾਸੀ ਸਹਾਰਾ ਦੇ ਕੇ ਆਖੇ, ਬਹੂ ਨਾ ਰੋ, ਤੇਰਾ ਵੀਰ ਆਇਆ, ਰੋਣ ਵਾਲੀ ਗੱਲ ਕਿਹੜੀ ਹੈ। ਪਹੁੰਚ ਮੁਖੇ ਹੱਥ ਸਾਥ, ਬੂਝੈ ਸੁਖ ਗਤ ਪੁੰਨ, ਹੋਵੇਂਗੇ ਸਮੀਪ ਜਾਂ ਤੇ ਤੂਰਨ ਹੀ ਆਏ ਹੈ। ਜਦੋਂ ਬੇਵਸ ਹੋ ਕੇ ਰੋਏ ਬੇਬੇ ਨਾਨਕੀ, ਕਿੰਨਾ ਦਰਦ ਅੰਦਰ ਹੋਣਾ, ਕਿੰਨਾ ਵੈਰਾਗ ਅੰਦਰ ਹੋਣਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਪੱਲਾ ਲਿਆ, ਜੋ ਗਲ ਵਿੱਚ ਸਿਰੋਂ ਪਾਉ ਪਾਇਆ ਹੋਇਆ, ਉਹ ਸਿਰੋਂ ਪਾਉ ਦੇ ਨਾਲ ਆਪਣੇ ਭੈਣ ਜੀ ਦੇ ਨੇਤਰ ਸਾਫ਼ ਕੀਤੇ, ਮੁਖ ਸਾਫ਼ ਕੀਤਾ। ਪਿਆਰ ਨਾਲ ਕਹਿੰਦੇ, ਕਮਲੀਏ ਰੋ ਕਿਉਂ ਰਹੀ ਹੈ, ਰੋਵੋ ਨਾ, ਚੁੱਪ ਹੋਵੋ, ਅਸੀਂ ਕਦ ਤੁਹਾਡੇ ਤੋਂ ਦੂਰ ਆ, ਕਦ ਤੁਹਾਡੇ ਤੋਂ ਦੂਰ ਜਾਵਾਂਗੇ। ਪਹਿਲਾਂ ਵੀ ਕੋਲੇ ਸੀ, ਅੱਜ ਵੀ ਕੋਲੇ ਆ। ਵੇਖੋ ਤੁਸੀਂ ਯਾਦ ਕੀਤਾ,
ਅਸੀਂ ਚੱਲ ਕੇ ਆ ਗਏ, ਆਖੋ ਸਤਨਾਮ। ਇਹ ਬਚਨ ਜਦੋਂ ਮਹਾਰਾਜ ਨੇ ਕਿਹਾ ਨਾ, ਭੈਣ ਜੀ ਹੋਰ ਭਾਵੁਕ ਹੋ ਗਏ। ਸੁਭਾਵਿਕ ਹੈ ਜੀ, ਇਹ ਮਨੁੱਖਾ ਸੁਭਾਅ ਹੈ। ਰੋਂਦੇ ਨੂੰ ਚੁੱਪ ਕਰਾਓਗੇ, ਮੋਢਾ ਮਿਲੂਗਾ, ਹੋਰ ਭੁੱਬਾ ਮਾਰ ਕੇ ਰੋਏਗਾ। ਮਤਲਬ ਜੋ ਕੁਝ ਉਹਦੇ ਅੰਦਰ ਹੈ ਉਹ ਬਾਹਰ ਆਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਭੈਣੇ ਰੋਣ ਵਾਲੀ ਕਿਹੜੀ ਗੱਲ ਹੈ? ਰੋਂਦੇ ਤੇ ਤਾਂ ਜੇ ਤੁਸੀਂ ਯਾਦ ਕਰਦੇ ਅਸੀਂ ਨਾ ਆਉਂਦੇ। ਤੁਸੀਂ 20 ਮਿੰਟ ਤਾਂ 15 ਮਿੰਟ ਹੀ ਯਾਦ ਕੀਤਾ ਹੈ, ਦੇਖੋ ਆ ਗਏ ਆ ਤੁਹਾਡੇ ਕੋਲ, ਪਾਸ ਬੈਠੇ ਆ, ਹੁਣ ਤੇ ਖੁਸ਼ ਹੋਵੋ। ਆਖੇ ਮਰਦਾਨਾ ਜੋ ਰਜਦੀ ਸੁਣ ਲੀਜੇ, ਹਿਤ ਤੇਰੇ ਹੀ 1000 ਕੋਸ ਕੀਤੇ ਤਜ ਧਾਏ ਹੈ। ਜਦੋਂ ਸਤਿਗੁਰੂ ਜੀ ਭੈਣ ਜੀ ਨੂੰ ਦਿਲਾਸਾ ਦੇ ਰਹੇ ਆ, ਭਾਈ ਮਰਦਾਨਾ ਜੀ ਸਹਿਜ ਸੁਭਾਅ ਬੋਲ ਪਏ। ਸਹਿਜ ਸੁਭਾਅ ਕਹਿੰਦੇ, ਬੇਬੇ ਜੀ ਤੁਹਾਨੂੰ ਪਤਾ ਹੈ, ਤੁਹਾਡੇ ਯਾਦ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ਾਰਾਂ ਮੀਲਾਂ ਤੋਂ ਕੁਛ ਪਲਾਂ 'ਚ ਹੀ ਤੁਹਾਡੇ ਕੋਲ ਆ ਗਏ, ਆਖੋ ਸਤਨਾਮ। ਪਰਦਾ ਚੁੱਕਤਾ ਭਾਈ ਮਰਦਾਨਾ ਜੀ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ, ਮਰਦਾਨਿਆਂ ਕੀ ਕਹੀ ਜਾਂਦਾ ਹੈ। ਹੁਣ ਜੇ ਇਹ ਗੱਲ ਬੋਲ ਕੇ ਦੱਸੀ ਜਾਏ, ਇਹਦਾ ਭਾਵ ਕੀ ਹੋਇਆ? ਅਹਿਸਾਨ। ਤੁਸੀਂ ਕਿਸੇ ਲਈ ਕੋਈ ਕੰਮ ਕੀਤਾ ਨਾ, ਕੰਮ ਕਰਕੇ ਦੱਸਣ ਦਾ ਰੌਲਾ ਨਾ ਪਾਓ, ਉਹ ਹੈ ਅਹਿਸਾਨ। ਕਿਸੇ ਨੂੰ ਬਾਰ-ਬਾਰ ਰਿਲਾਈਜ਼ ਕਰਾਈ ਜਾਣਾ, ਅਹਿਸਾਨ ਕਰਨਾ ਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਐਡੀ ਦੂਰੋਂ ਚੱਲ ਕੇ ਆਏ, ਕੋਈ ਅਹਿਸਾਨ ਕੀਤਾ? ਉਹਨਾਂ ਦੱਸਿਆ ਵੀ ਨਹੀਂ ਅਸੀਂ ਕਿੱਥੋਂ ਆਏ ਆ, ਕਿਵੇਂ ਆਏ ਆ। ਬੇਬੇ ਨਾਨਕੀ ਜੀ ਦੇ ਅੱਖਾਂ 'ਚੋਂ ਅਥਰੂ। ਭਾਈ ਮਰਦਾਨਾ ਕਹਿੰਦਾ, ਭੈਣ ਜੀ ਹਜ਼ਾਰਾਂ ਕੋਹਾਂ ਤੋਂ ਸਤਿਗੁਰੂ ਚੱਲ ਕੇ ਆਏ ਨੇ, ਤੁਸੀਂ ਫੇਰ ਰੋ ਰਹੇ ਹੋ। ਖੁਸ਼ ਹੋਣਾ ਚਾਹੀਦਾ ਹੈ। ਜਿੱਥੋਂ ਆ ਨਹੀਂ ਸੀ ਸਕਦੇ, ਔਖੀਆਂ ਘਾਟੀਆਂ ਨੇ, 1 ਸਾਲ ਦਾ ਸਫ਼ਰ ਹੈ, ਤੁਹਾਡੇ ਪ੍ਰੇਮ ਦੇ ਵਿੱਚ ਭੇਜੇ ਹੋਏ, ਉਹ ਪਲਾਂ ਵਿੱਚ ਆ ਗਏ ਨੇ। ਕਬਿਤ ਛਿਨ ਵਿਖਿਆਏ, ਕਿਤੇ ਬਰਖ ਕੋ ਪੰਥ ਜੋ, ਨਾਨਕ ਜੀ ਨੈਣਨ ਕੀ ਸੈਨ ਸੋਨੇ ਵਾਰੀਆ। ਜਦੋਂ ਇਹ ਸੁਣਿਆ, ਬੇਬੇ ਨਾਨਕੀ ਜੀ ਖੁਸ਼ ਹੋਏ ਥੋੜੇ। ਭਾਈ ਮਰਦਾਨਾ ਕਹਿੰਦਾ, 1.5 ਸਾਲ ਦਾ ਵਕਤ ਸੀ, 1.5 ਮਿੰਟ ਵਿੱਚ ਮਰਜ ਲੈ ਆਏ ਤੁਹਾਡੇ ਕੋਲ। ਤੁਹਾਡਾ ਪ੍ਰੇਮ ਹੀ ਤੇ ਹੈ, ਕੀਤਾ ਬਚਨ ਪਗਾਇਆ। ਗੁਰੂ ਬਾਬਾ ਜੀ ਨੇ ਭਾਈ ਮਰਦਾਨਿਆਂ ਜੀ ਵੱਲ ਵੇਖਿਆ, ਅੱਖਾਂ ਦੀ ਘੂਰੀ ਵੱਟੀ, ਉਹ ਮਰਦਾਨਿਆਂ ਕਿਉਂ ਪਰਦੇ ਖੋਲੀ ਜਾਣਾ, ਆਖੋ ਸਤਿਨਾਮ। ਇਸ਼ਾਰਾ ਕੀਤਾ ਨੈਣਾ ਦਾ, ਨਾ ਕਰ। ਇਹ ਗੱਲਾਂ ਦੱਸਣ ਦੀਆਂ ਥੋੜਾ। ਤੁਸੀਂ ਕਿੱਥੇ ਜਾ ਰਹੇ ਹੋ, ਦੱਸ ਕੇ ਜਾਣਾ ਜ਼ਰੂਰੀ ਹੈ। ਤੁਸੀਂ ਕਿਹਨੂੰ ਮਿਲਣ ਚੱਲੇ ਹੋ, ਇਹ ਦੱਸਣਾ ਜ਼ਰੂਰੀ ਹੈ। ਮਿਲ ਕੇ ਕਿਉਂ ਆਏ ਹੋ, ਕਿੰਨੀ ਦੇਰ ਮਿਲੇ ਹੋ, ਇਹ ਦੱਸਣਾ ਜ਼ਰੂਰੀ ਹੈ। ਦੱਸੋਗੇ ਤੇ ਸਮਝੋ ਅਹਿਸਾਨ ਕਰਦੇ। ਡਰ ਰਹੇ ਹੋ, ਡਰਾ ਰਹੇ ਹੋ, ਕਿਤੇ ਨਾ ਕਿਤੇ ਭੈ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਵਾਰ ਵੀ ਪਰਿਵਾਰ ਵਿੱਚ ਨਹੀਂ ਸੀ ਕਿਹਾ ਅਸੀਂ ਕਿੰਨੀ ਦੂਰ ਗਏ ਸੀ, ਅਸੀਂ ਤੇ ਉਦਾਸੀਆਂ ਤੇ ਸੀ, ਤੁਸੀਂ ਚੇਤੇ ਕੀਤਾ ਤਾਂ ਚੱਲ ਕੇ ਆਏ ਆ। ਪਰ ਭਾਈ ਮਰਦਾਨਾ ਜੀ ਕਹਿ ਬੈਠੇ। ਭਾਈ ਬਾਲਾ ਜੀ ਕਹਿੰਦੇ, ਗੁਰੂ ਅੰਗਦ ਦੇ ਪਾਤਸ਼ਾਹ ਜਦੋਂ ਮਰਦਾਨਾ ਜੀ ਨੇ ਕਿਹਾ, ਸਤਿਗੁਰਾਂ ਨੇ ਸੈਨਤ ਵੱਟੀ ਵੀ ਨਾ ਕਰ, ਕਹਿੰਦੇ ਮੈਂ ਮਾਰਿਆ ਪੈਰ ਮਰਦਾਨੇ ਦੇ ਪੈਰ ਤੇ, ਉਹ ਨਾ ਕਰ ਇਹੋ ਜਿਹੇ ਕੰਮ। ਤੂੰ ਇਹ ਸਾਰੀਆਂ ਗੱਲਾਂ ਦੱਸੀ ਜਾਣਾ, ਜੇ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ, ਉਹ ਨਹੀਂ ਫਿਰ ਜਾਣ ਦਿੰਦੇ ਸਾਨੂੰ ਕਿਤੇ। ਕਹਿਣਗੇ ਤੁਸੀਂ ਪ੍ਰਦੇਸਾਂ 'ਚ ਕੀ ਕਰਦੇ ਫਿਰਦੇ ਹੋ? ਜਿੱਥੇ ਆਪਣਾ ਨਹੀਂ ਕੋਈ, ਗੈਰ ਨਹੀਂ ਕੋਈ, ਜਿੱਥੇ ਗਿਆ ਕੋਈ ਵੱਡ ਵਡੇਰਾ ਨਹੀਂ, ਤੁਹਾਡੇ ਜਾਣ ਦਾ ਕੰਮ ਕੀ ਹੈ? ਉਦਰੀ ਸੋ ਕਹੈ ਚਿਤ ਚਿਤਵਨ ਪੂਰੀ ਭਈ, ਦੀਜੈ ਅਭਿਆਸ ਬਿਲੰਬ ਕੋ ਦਿਲਾਰ ਬਿਦਾਰੀਏ। ਜਦੋਂ ਭਾਈ ਮਰਦਾਨਾ ਜੀ ਨੇ ਬਚਨ ਕਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਬਚਨ ਨੂੰ ਕਵਰ ਕੀਤਾ। ਭੈਣ ਜੀ ਨਾਲ ਪ੍ਰੇਮ ਦੇ ਬਚਨ ਕੀਤੇ, ਕੋਲ ਬੈਠੇ ਆ, ਕੁਛ ਪਲ ਗੱਲਾਂ ਕੀਤੀਆਂ, ਬਚਨ ਕਰਕੇ ਕਹਿੰਦੇ, ਚੰਗਾ ਭੈਣ ਮੇਰੀਏ ਹੁਣ ਆਗਿਆ ਦੇ ਦਿਓ, ਜਾਣਾ ਚਾਹੁੰਦੇ ਆ। ਵੇਖੋ ਤੁਸੀਂ ਬੁਲਾਇਆ, ਅਸੀਂ ਆ ਗਏ, ਪਰ ਇਹ ਨਹੀਂ ਦੱਸਿਆ ਵੀ ਕਿੱਥੋਂ ਆਏ ਆ। ਸਭ ਨੂੰ ਸਭ ਕੁਝ ਦੱਸਣਾ ਜ਼ਿੰਦਗੀ ਵਿੱਚ ਜ਼ਰੂਰੀ ਨਹੀਂ ਹੁੰਦਾ। ਮੰਨ ਲਓ ਅਸੀਂ ਆਪਣੀ ਜ਼ਿੰਦਗੀ ਦੀ ਹਰ ਗੱਲ ਡਿਸਕਲੋਜ਼ ਕਰੀ ਜਾਂਦੇ ਆ, ਤੇ ਫਿਰ ਅਸੀਂ ਆਏ ਕੀ ਕਰਨਾ ਦੁਨੀਆ ਤੇ? ਲੋਕਾਂ ਦਾ ਹਿਸਾਬ ਦੇਣ ਆਏ ਆ, ਦੁਨੀਆ ਨੂੰ ਦੱਸਣ ਆਏ ਆ। ਕਹਿੰਦੇ ਜ਼ਿੰਦਗੀ ਸਾਡੀ ਆ, ਸਵਾਦ ਸਾਡੇ ਨੇ, ਮਰਜ਼ੀ ਸਾਡੀ ਆ, ਮਰਜ਼ੀ ਸਾਡੀ ਕਿਸੇ ਦੇ ਅਨੁਸਾਰ ਚੱਲਦੀ ਹੈ। ਫਿਰ ਕਾਹਦੀ ਜ਼ਿੰਦਗੀ ਹੈ? ਫਿਰ ਤੇ ਗੁਲਾਮੀ ਹੈ। ਗੁਰੂ ਬਾਬਾ ਜੀ ਨੇ ਨਾ ਪਰਿਵਾਰ ਦੀ ਗੁਲਾਮੀ ਕੀਤੀ, ਨਾ ਸੰਸਾਰ ਦੀ ਕੀਤੀ, ਨਾ ਕਿਤੇ ਕਿਸੇ ਨੂੰ ਦੱਸਿਆ ਕਿੱਥੇ ਚੱਲੇ ਆ, ਕਿਉਂ ਚੱਲੇ ਆ, ਕਦੋਂ ਆਵਾਂਗੇ। ਆਜ਼ਾਦ ਪੰਛੀ ਉਹਨੂੰ ਕਹਿੰਦੇ ਆ ਜਿਹੜਾ ਬੇਪਰਵਾਹ ਹੋਵੇ, ਡਰ ਹੀ ਨਾ ਰੱਖੇ, ਖੌਫ ਹੀ ਨਾ ਰੱਖੇ। ਸਤਿਗੁਰ ਕਹਿੰਦੇ, ਚੰਗਾ ਭੈਣ ਜੀ ਫਿਰ ਕਿਰਪਾ ਕਰੋ,
ਹੁਣ ਸਾਨੂੰ ਦੇ ਦਿਓ ਆਗਿਆ, ਅਸੀਂ ਜਾਣਾ ਚਾਹੁੰਦੇ ਆਂ। ਜੀਜੈ ਆਗੇ ਬਿਨ ਕੀਜੈ, ਖੁਸ਼ੀ ਕਹਿ ਦੀਜੈ ਤੁਮ, ਪੰਥ ਪਰ ਠਾਂਡੇ ਹਮ ਚਹਿਤ ਪਦਾਰਿਆ। ਅਸੀਂ ਤੇ ਰਾਹ ਚੋਂ ਮੁੜ ਕੇ ਆਏ ਆ, ਇੰਨਾ ਹੀ ਦੱਸਿਆ। ਇਹ ਨਹੀਂ ਕਿਹਾ ਵੀ ਕਿੰਨੇ ਹਜ਼ਾਰ ਕਿਲੋਮੀਟਰ ਤੋਂ ਆ ਗਏ, ਕਿੱਥੇ ਸਾਊਦੀ ਅਰਬ, ਕਿੱਥੇ ਇੰਡੀਆ, ਪੰਜਾਬ। ਹਰਕਤ ਅੱਜ ਵੀ ਹੈ ਜੀ। ਉਹਨਾਂ ਸਮਿਆਂ 'ਚ ਸ਼ਿਪ 'ਚ 1.5 ਸਾਲ ਲੱਗਦਾ, ਜੇ ਫਲਾਈਟ ਵੀ ਜਾਓਗੇ 6 7 8 ਘੰਟੇ ਲੱਗ ਜਾਂਦੇ ਆ। 3 ਘੰਟੇ ਤੇ ਏਅਰਪੋਰਟ ਵਾਲੇ ਖਾ ਜਾਂਦੇ ਆ, 2 2.5 ਘੰਟੇ ਉੱਥੋਂ ਉਤਰਨ 'ਚ ਲੱਗ ਜਾਂਦੇ ਆ, 6 ਤੇ ਆ ਹੀ ਗਏ। ਬਾਕੀ ਫਲਾਈਟ ਦਾ ਟਾਈਮ ਲਾ ਲਓ। ਪਰ ਉਸ ਵੇਲੇ ਗੁਰੂ ਪਾਤਸ਼ਾਹ ਜੀ ਕਹਿੰਦੇ, ਭੈਣ ਜੀ ਸਾਡੇ ਵੱਲੋਂ ਜੀਜਾ ਜੀ ਨੂੰ ਫਤਿਹ ਬੁਲਾਇਓ, ਅਰਦਾਸ ਕਰਿਓ, ਧੰਨਵਾਦ ਕਰਿਓ, ਸੁਖ ਸਾਂਦ ਸਾਡੇ ਵੱਲੋਂ ਕਹਿ ਦਿਓ। ਕਿਉਂਕਿ ਸਤਿਗੁਰਾਂ ਦੇ ਜੀਜਾ ਜੈ ਰਾਮ ਜੀ ਗੁਰੂ ਪਾਤਸ਼ਾਹ ਨਾਲ ਬੜਾ ਪ੍ਰੇਮ ਕਰਦੇ ਸੀ, ਰਿਸ਼ਤੇ ਕਰਕੇ ਨਹੀਂ, ਰੱਬੀ ਰੂਹ ਕਰਕੇ। ਫਿਕਰ ਵੀ ਹਰ ਵੇਲੇ ਕਰਦੇ ਸੀ। ਉਹਨਾਂ ਨੂੰ ਪਤਾ ਹੈ ਗੁਰੂ ਸਾਹਿਬ ਨੂੰ ਵੀ ਜੇ ਜੀਜਾ ਜੀ ਆ ਗਏ ਤੇ ਕਦੇ ਨਹੀਂ ਜਾਣ ਦਿੰਦੇ। ਇਸੇ ਕਰਕੇ ਕਹਿੰਦੇ ਆ, ਭੈਣ ਜੀ ਸਾਡੇ ਵੱਲੋਂ ਸੁਖ ਸਾਂਦ ਕਹਿ ਦਿਓ, ਸਾਡੇ ਵੱਲੋਂ ਫਤਿਹ ਕਹਿ ਦਿਓ। ਬੇਸ਼ੱਕ ਫਤਿਹ ਗੁਰੂ ਕਲਗੀਧਰ ਜੀ ਦੇ ਬਾਅਦ ਚੋਂ ਪ੍ਰਚਲਿਤ ਕੀਤੀ ਹੈ। ਉਹ ਫਤਿਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਕਿਸੇ ਨੂੰ ਮਿਲਣਾ, ਸਤਿ ਸ੍ਰੀ ਅਕਾਲ ਕਹਿਣਾ, ਪੈਰੀ ਪੈਣਾ, ਇਹਨੂੰ ਵੀ ਫਤਿਹ ਕਹਿੰਦੇ ਆ। ਕੋਈ ਤੁਰਿਆ ਜਾਂਦਾ ਕਹੀ ਸਾਡੀ ਫਤਿਹ ਕਹਿ ਦਿਓ, ਸਤਿ ਸ੍ਰੀ ਅਕਾਲ ਕਹਿ ਦਿਓ। ਇਸਲਾਮ 'ਚ ਵੀ ਕਹਿੰਦੇ ਆ ਫਤਿਹ ਕਹਿ ਦਿਓ। ਗੁਰੂ ਸਾਹਿਬ ਕਹਿੰਦੇ, ਭੈਣ ਜੀ ਜੀਜਾ ਜੀ ਨੂੰ ਸਾਡੀ ਨਮਸਕਾਰ ਕਰ ਦਿਓ, ਅਸੀਂ ਬਹੁਤ ਛੇਤੀ ਮੁੜ ਵਾਪਸ ਆਵਾਂਗੇ। ਐਸੇ ਸੁਣ ਬੈਨ ਭਇਓ, ਹਿਓ ਬਿਨ ਚੈਨ, ਬੋਰੋਦਨ ਤੇ ਨੈਣ ਕਰ ਆਸਨ ਕੋ ਢਾਰੀਏ। ਜਦੋਂ ਸਤਿਗੁਰਾਂ ਦੇ ਜਾਣ ਬਾਰੇ ਸੁਣਿਆ, ਬੇਬੇ ਨਾਨਕੀ ਜੀ ਆਪ ਮੁਹਾਰੇ ਬੇਵੱਸ ਹੋ ਕੇ ਉੱਚੀ ਉੱਚੀ ਰੋਣ ਲੱਗ ਗਏ। ਤੁਲਸਾਂ ਦਾਸੀ ਬੜਾ ਹੌਸਲਾ ਦਿੰਦੀ ਹੈ। ਸਾਹਿਬ ਕਹਿੰਦੇ, ਭੈਣ ਜੀ ਰੋਵੋ ਨਾ, ਜੇ ਰੋਵੋਗੇ ਤੇ ਫਿਰ ਕਦੇ ਨਹੀਂ ਆਵਾਂਗੇ। ਆਖੋ ਸਤਨਾਮ। ਜੀ ਆਇਆ ਵੀ ਰੋਣਾ ਹੈ, ਫਿਰ ਆਉਣ ਦਾ ਕੀ ਫਾਇਦਾ? ਫਿਰ ਤੇ ਉਡੀਕਾਂ 'ਚ ਰੋਈ ਚੱਲੋ, ਮੇਰਾ ਵੀਰ ਨਹੀਂ ਆਇਆ, ਵੀਰ ਨਹੀਂ ਆਇਆ। ਵਿਛੜ ਕੇ ਤੇ ਰੋਣਾ ਲਿਖਿਆ, ਮਿਲ ਕੇ ਕੌਣ ਰੋਂਦਾ ਜੀ? ਗੁਰੂ ਸਾਹਿਬ ਨੇ ਬੜਾ ਦਿਲਾਸਾ ਦਿੱਤਾ, ਪਰ ਭੈਣ ਬੇਬੇ ਨਾਨਕੀ ਨਹੀਂ ਚਾਹੁੰਦੇ, ਰੋਂਦੇ ਇਸ ਕਰਕੇ ਨਹੀਂ ਮੇਰਾ ਵੀਰ ਹੁਣੇ ਆਇਆ ਤੇ ਫਿਰ ਚੱਲੇ। ਹੁਣ ਰੋਣਾ ਇਸ ਗੱਲ ਦਾ, ਮਸਾਂ ਮਿਲੇ ਆ ਵਿਛੜੇ ਹੋਏ, ਅੱਜ ਫੇਰ ਛੱਡ ਕੇ ਚੱਲੇ ਨੇ। ਕਬਿਤ ਸ਼੍ਰੀ ਚੰਦਿਆਨ ਕੀਨ ਠਾਂਡੇ ਅਗਵਨ, ਜਬ ਬੰਦੇ ਮੈਂ ਦੋ ਪਾਨ ਤਬ ਬੈਨ ਕੁਲਬ ਖਾਨੀਏ। ਭਾਈ ਬਾਲਾ ਜੀ ਕਹਿੰਦੇ, ਅਸੀਂ ਅਜੇ ਖੜੇ ਆ, ਮਾਨ ਸਨਮਾਨ ਦੋਨੇ ਤਰਫ ਤੋਂ ਹੋਇਆ। ਐਨੇ ਨੂੰ ਬਾਬਾ ਸ੍ਰੀ ਚੰਦ ਜੀ ਦੇ ਕੰਨਾਂ 'ਚ ਆਵਾਜ਼ ਪੈ ਗਈ, ਮੇਰੇ ਭੂਆ ਜੀ ਰੋ ਕਿਉਂ ਰਹੇ ਆ? ਚੁਬਾਰੇ ਤੇ ਸੋ ਰਹੇ ਸੀ। ਇੱਕਦਮ ਭੱਜੇ ਆਏ ਥੱਲੇ, ਆ ਕੇ ਵੇਖਿਆ ਨਾ ਗੁਰੂ ਪਿਤਾ ਜੀ ਖੜੇ ਸਨ। ਬਾਬਾ ਸ੍ਰੀ ਚੰਦ ਇਕੱਲਾ ਹੀ ਆਪਣੀ ਭੂਆ ਜੀ ਕੋਲ ਰਹਿੰਦੇ ਆ, ਸਾਰੀ ਜ਼ਿੰਦਗੀ ਉਹਨਾਂ ਨੇ ਇੱਥੇ ਹੀ ਕੱਟੀ ਹੈ। ਭੱਜ ਕੇ ਨਾ ਪਿਤਾ ਜੀ ਦੇ ਚਰਨੀ ਲੰਮੇ ਪੈ ਕੇ ਮੱਥਾ ਟੇਕਿਆ। ਵੇਖੋ ਪਿਤਾ ਕੈਸੇ ਮਹਾਨ ਨੇ। ਗੁਰੂ ਸਾਹਿਬ ਜੀ ਨੇ ਪੁੱਤਰ ਦੇ ਸਿਰ ਤੇ ਹੱਥ ਰੱਖੇ ਆ, ਬਾਬਾ ਸ੍ਰੀ ਚੰਦ ਜੀ ਦੇ ਗੋਦੀ ਨਹੀਂ ਚੁੱਕਿਆ। ਆਖੋ ਸਤਨਾਮ। ਉਹ ਨਹੀਂ ਕੀਤਾ। ਇਹ ਵੇਖ ਰਹੇ ਨੇ ਬੇਬੇ ਨਾਨਕੀ। ਉਹਨਾਂ ਦੇ ਜਦੋਂ ਸਿਰ ਤੇ ਹੱਥ ਰੱਖਿਆ ਸੀਸ ਤੇ, ਮਰਦ ਨੇ ਪੁੱਛਿਆ ਕਿਵੇਂ ਹੋ? ਕਹਿੰਦੇ ਪਾਤਸ਼ਾਹ ਕਿਰਪਾ ਤੁਹਾਡੀ, ਰਹਿਮਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਉੱਥੋਂ ਧਿਆਨ ਹਟਾਇਆ। ਬਾਬਾ ਸ੍ਰੀ ਚੰਦ ਨਾ ਪਲੰਗੀ ਦੀ ਪੈਂਦਾ ਤੇ ਬਹਿ ਗਏ ਆ ਕੇ, ਜਿੱਥੇ ਭੂਆ ਜੀ ਬੈਠੇ ਵਿਰਾਗ ਕਰਦੇ ਸੀ। ਉਹ ਨਹੀਂ ਚਾਹੁੰਦੇ ਮੇਰਾ ਵੀਰ ਜਾਵੇ, ਸਤਿਗੁਰੂ ਚਲੇ ਜਾਣ। ਬਾਬਾ ਸ੍ਰੀ ਚੰਦ ਜੀ ਨੇ ਇੱਕ ਵਾਰ ਵੀ ਨਹੀਂ ਕਿਹਾ ਮਰਦ ਕਿਉਂ ਚੱਲੇ ਹੋ, ਪਿਤਾ ਜੀ ਰੁਕ ਜਾਓ। ਮੋਹ ਨਹੀਂ ਨਾ ਹੈ, ਜੇ ਮੋਹ ਹੁੰਦਾ ਤੇ ਦੁੱਖਾਂ ਦਾ ਕਾਰਨ ਹੋਣਾ ਸੀ। ਮੋਹ ਕਰਕੇ ਦੁਨੀਆ ਦੁਖੀ ਹੈ। ਨਹੀਂ ਕੌਣ ਕਿਸੇ ਨੂੰ ਨਾਲ ਲੈ ਕੇ ਦੁਨੀਆ ਤੋਂ ਗਿਆ ਤੇ ਨਾਲ ਲੈ ਕੇ ਆਇਆ ਜੀ ਕੋਈ, ਜਾਂ ਗਿਆ ਹੋਵੇ? ਬਸ ਬੇਵੱਸ ਹੈ ਬੰਦਾ। ਮੋਹ ਅੱਗੇ ਜਦੋਂ ਹਾਰ ਜਾਂਦਾ ਨਾ ਫਿਰ ਦੁਖੀ ਹੁੰਦਾ। ਬਾਬਾ ਸ੍ਰੀ ਚੰਦ ਬੜੇ ਬੇਪਰਵਾਹ ਸੀ, ਉਹ ਵੇਖੀ ਗਏ ਸਾਰਾ ਕੁਝ ਵੀ ਹੋ ਕੀ ਰਿਹਾ ਹੈ। ਸਤਿਗੁਰ ਕਹਿੰਦੇ ਅਸੀਂ ਜਾਣਾ, ਸਾਨੂੰ ਵਕਤ ਹੋ ਰਿਹਾ, ਦੇਰ ਹੋ ਰਹੀ ਹੈ, ਬਸ ਆਗਿਆ ਦੇ ਦਿਓ। ਸੋਦਰੀ ਰੁਦਨ ਬਿਲਖਾਤ ਹੈ ਬਦਨ, ਨਹੀਂ ਜੀਜੈ ਹੈ ਸਦਨ, ਆਜ ਰਹੋ ਨਾ ਪਖਾਨੀਏ। ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਵੇਖਿਆ ਨਾ ਵੀ ਬਾਬਾ ਸ੍ਰੀ ਚੰਦ ਜੀ ਵੀ ਤਰਸ ਭਰੀਆਂ ਨਜ਼ਰਾਂ ਨਾਲ ਆਪਣੇ ਪਿਤਾ ਜੀ ਵੱਲ ਵੇਖਦੇ ਆ, ਕਹਿੰਦੇ ਨਹੀਂ ਕੁਛ। ਉਹਨਾਂ ਨੂੰ ਪਤਾ ਹੈ ਬਾਪੂ ਸਾਡਾ ਬੇਪਰਵਾਹ ਹੈ,
ਇਹਨੂੰ ਕਿਸੇ ਦੀ ਪਰਵਾਹ ਨਹੀਂ। ਹੁਣ ਜੇ ਪਰਵਾਹ ਨਹੀਂ, ਇਹਦਾ ਮਤਲਬ ਫਿਕਰ ਨਹੀਂ ਹੈ। ਨਹੀਂ, ਫਿਕਰ ਹੋਣਾ ਹੋਰ ਚੀਜ਼ ਹੈ, ਪਰਵਾਹ ਕਰਨੀ ਹੋਰ ਚੀਜ਼ ਹੈ। ਹੁਣ ਪਰਵਾਹ ਕਰੀ ਚੱਲੋ, ਮੇਰਾ ਪੁੱਤ ਮੇਰੇ ਬਿਨਾਂ ਨਹੀਂ ਰਹਿੰਦਾ, ਮੈਂ ਆਪਣੇ ਬੱਚਿਆਂ ਲਈ ਆਹ ਕੀਤਾ, ਹੋਏ ਤੇ ਪਸ਼ੂ ਡੰਗਰ ਵੀ ਕਰਦੇ ਆ, ਤੂੰ ਕੀ ਖਾਸ ਕਰ ਲਿਆ। ਸਭ ਨੂੰ ਕਰਨਾ ਪੈਂਦਾ, ਪਰ ਸੁਣਾ ਦੇਣਾ, ਅਹਿਸਾਨ ਜਤਾਉਣਾ ਹੁੰਦਾ ਏ। ਅੱਜ ਆਪਾਂ ਕਹਿੰਦੇ ਆ ਨਾ ਵੀ ਬੱਚੇ ਮਾਪਿਆਂ ਦੀ ਇੱਜ਼ਤ ਨਹੀਂ ਕਰਦੇ। ਜ਼ਿਆਦਾਤਰ ਲੋਕਾਂ ਦਾ ਰੌਲਾ ਬਿਰਧ ਆਸ਼ਰਮ ਬਣ ਕੇ, ਉਹਦੇ ਪਿੱਛੇ ਕੁਝ ਕਾਰਨ ਇਹ ਵੀ ਨੇ ਵੀ ਮਾਪਿਆਂ ਨੇ ਟੌਰਚਰ ਇੰਨਾ ਕੀਤਾ ਮੈਂਟਲੀ, ਕਹਿ ਕੇ ਵੇਖ ਤੈਨੂੰ ਨੌਕਰੀ ਦਵਾਤੀ, ਤੈਨੂੰ ਇੰਨਾ ਪੜ੍ਹਾਤਾ, ਤੇਰੇ ਤੇ ਇੰਨੇ ਪੈਸੇ ਲਾਤੇ, ਆਹ ਕਰਤਾ। ਅਗਲਾ ਹੱਥ ਜੋੜ ਕੇ ਕਹਿੰਦਾ ਤੈਨੂੰ ਕਿਹਾ ਕਿਹਨੇ ਸੀ ਨਾ ਪੜ੍ਹਾਉਂਦਾ ਯਾਰ, ਕਿਉਂ ਜਲੀਲ ਕੀਤਾ ਹੋਇਆ ਸਵੇਰ ਤੋਂ ਸ਼ਾਮ ਤੱਕ। ਜਦੋਂ ਬੱਚਿਆਂ ਨੂੰ ਬੰਦਾ ਬਾਰ-ਬਾਰ ਸੁਣਾਉਂਦਾ ਨਾ, ਇੱਕ ਦਿਨ ਉਸੇ ਘਰ ਤੋਂ ਹੱਥ ਧੋਂਦਾ, ਫੇਰ ਕਹਿੰਦਾ ਕੋਈ ਇਹੋ ਜਿਹੀ ਸੰਸਥਾ ਹੋਵੇ ਮੈਨੂੰ ਰੱਖ ਲਵੇ ਭਾਈ, ਰੋਟੀ ਪਾਣੀ ਤੇ ਰੱਖ ਲਵੇ, ਕਿਉਂਕਿ ਹੁਣ ਪੁੱਛਦਾ ਹੀ ਕੋਈ ਨਹੀਂ। ਕਈ ਵਾਰ ਮਨੁੱਖ ਆਪਣੀ ਕਦਰ ਆਪ ਗਵਾ ਲੈਂਦਾ। ਤੁਸੀਂ ਕਿਸੇ ਚੀਜ਼ ਨੂੰ ਬਾਰ-ਬਾਰ ਜਤਾਈ ਜਾਓਗੇ, ਅਗਲਾ ਹੱਥ ਜੋੜ ਕੇ ਕਹਿੰਦਾ ਯਾਰ ਗੇਟੋਂ ਬਾਹਰ ਹੋ ਜਾ, ਕੀ ਤੂੰ ਗਾਉਣ ਗਾਇਆ ਸਾਰਾ ਕਿਤੇ, ਮੈਂ ਆਹ ਕੀਤਾ ਬੱਚਿਆਂ ਲਈ, ਆਹ ਕੀਤਾ, ਨਾ ਕਰਦਾ ਫਿਰ ਅੰਤ ਵਾਲੀ ਉਮਰ 'ਚ ਪਛਤਾਉਣਾ ਪੈਂਦਾ, ਉਦੋਂ ਆਪਣੇ ਵੀ ਨਹੀਂ ਖੜਦੇ। ਇਸੇ ਕਰਕੇ ਧਰਮ ਸਿਖਾਉਂਦਾ ਏ ਇੰਨਾ ਕਰ ਰੱਖੋ, ਕਰਨਾ ਤੁਹਾਡਾ ਫਰਜ਼ ਹੈ, ਜਤਾਉਣਾ ਤੁਹਾਡਾ ਫਰਜ਼ ਨਹੀਂ ਆ। ਇਹ ਫੁਕਰੀਆਂ ਨੇ। ਬਾਬਾ ਸ੍ਰੀ ਚੰਦ ਵੇਖਦੇ ਆ, ਸਾਡੇ ਪਿਤਾ ਨੇ ਸਾਨੂੰ ਇੰਨੀ ਸੋਹਣੀ ਪਰਵਰਿਸ਼ ਦੇਤੀ, ਹੋਰ ਅਸੀਂ ਕੀ ਮੰਗੀਏ ਉਹਨਾਂ ਨੂੰ। ਮਾਪਿਆਂ ਦਾ ਫਰਜ਼ ਹੁੰਦਾ ਧੀਆਂ ਪੁੱਤਾਂ ਨੂੰ ਪਾਲਣਾ, ਚੰਗੀ ਵਿੱਦਿਆ ਦੇਣੀ, ਚੰਗੇ ਕਰਮ ਦੇਣੇ, ਉਹ ਤੋਂ ਬਾਅਦ ਕੰਮ ਕਰਨਾ ਨਾ ਕਰਨਾ, ਕਮਾਉਣਾ ਨਾ ਕਮਾਉਣਾ, ਉਹਨਾਂ ਦੀ ਸਰਦਰਦੀ ਹੈ। ਜੇ ਤੁਸੀਂ ਫੇਰ ਬੱਚਿਆਂ ਦੇ ਹੁੰਦਿਆਂ ਕਮਾਉਂਦੇ ਫਿਰਦੇ ਹੋ ਤੇ ਫਿਰ ਇੱਕ ਦਿਨ ਐਸਾ ਆਊਗਾ ਹੱਥ ਅੱਡ ਕੇ ਮੰਗੋਗੇ ਤੇ ਨਾਲੇ ਰੋਵੋਗੇ। ਮਰਦ ਨੇ ਇਹੀ ਚੀਜ਼ ਸਿਖਾਈ ਸਾਰੀ ਬਾਣੀ ਦੇ ਵਿੱਚ, ਪ੍ਰੇਮ ਕਰੋ ਉਹ ਨਾ ਕਰੋ। ਭਾਈ ਬਾਲਾ ਜੀ ਕਹਿੰਦੇ ਮੈਨੂੰ ਕਹਿਣਾ ਪਿਆ ਸੱਚੇ ਪਾਤਸ਼ਾਹ ਜੀਜਾ ਜੀ ਘਰ ਨਹੀਂ, ਭੈਣ ਜੀ ਵਿਰਾਗ ਬਹੁਤ ਕਰਦੇ ਆ, ਅਸੀਂ ਚਾਹੁੰਦੇ ਆ ਵੀ ਸਾਨੂੰ ਅੱਜ ਦੀ ਰਾਤ ਰੁਕਣਾ ਚਾਹੀਦਾ। ਆਖੋ ਸਤਨਾਮ, ਅੱਜ ਦੀ ਰਾਤ। ਜਦੋਂ ਕਹਿੰਦੇ ਭੈਣ ਜੀ ਨੇ ਸੁਣਿਆ ਨਾ, ਅੱਖਾਂ 'ਚੋਂ ਹੰਝੂ ਫੇਰ ਛਲਕ ਪਏ। ਧੰਨਵਾਦ ਤੇਰਾ ਵੀਰਿਆ ਭਾਈ ਬਾਲਿਆ, ਮੈਨੂੰ ਪਤਾ ਹੈ ਤੇਰੇ ਬਚਨ ਗੁਰੂ ਬਾਬਾ ਜੀ ਕਦੇ ਮੋੜ ਨਹੀਂ ਸਕਦੇ। ਗੁਰੂ ਗਤ ਦੇਣ ਰਹੇ ਨਾਨਕੀ ਕੇ ਐਨ ਰਹਿਣ, ਮੇਰੇ ਬੈਨ ਸੁਣੇ ਤਬ ਸੁਖ ਦਾਨ ਮਾਨਿਐ। ਜਿਹੜੇ ਸਤਿਗੁਰੂ ਪਲਕੇ ਤੋਂ ਉੱਠ ਕੇ ਤਿਆਰ ਹੋ ਗਏ ਸੀ ਜਾਣ ਵਾਸਤੇ, ਕਹਿੰਦੇ ਚੰਗਾ ਬਾਲਿਆ ਹੁਣ ਤੂੰ ਪ੍ਰੇਮ ਦੇ ਬਚਨਾਂ ਦੇ ਨਾਲ ਸਾਨੂੰ ਬੰਨ ਲਿਆ। ਰਹਿਣਾ ਤੇ ਨਹੀਂ ਸੀ ਚਾਹੁੰਦੇ, ਰੁਕਣਾ ਨਹੀਂ ਸੀ ਅਸੀਂ, ਪਰ ਭਾਈ ਜੇ ਤੂੰ ਰੋਕ ਲਿਆ ਤੇ ਜਾਈਏ ਵੀ ਕਿੱਥੇ। ਆਖੋ ਸਤਨਾਮ। ਉਸੇ ਵੇਲੇ ਬਹਿ ਗਏ। ਬੇਬੇ ਨਾਨਕੀ ਜੀ ਦੇ ਧਰਤੀ ਤੇ ਭੁੰਜੇ ਪੈਰ ਨਹੀਂ ਲੱਗਦੇ ਖੁਸ਼ੀ ਦੇ ਵਿੱਚ। ਵੀਰ ਅੱਜ ਰਾਤ ਰਹਿਣਗੇ ਘਰੇ, ਸਤਿਗੁਰ ਰਹਿਣਗੇ। ਇੰਨਿਆਂ ਸਾਲਾਂ ਬਾਅਦ ਘਰ ਆਏ ਆ, ਕਿਤੇ ਫੇਰੀ ਪਾਈ ਆ, ਦਰਸ਼ਨ ਹੋਏ ਨੇ, ਪਰ ਦੁੱਖ ਤਾਂ ਸੀ ਵੀ ਯਾਦ ਕੀਤੇ ਆ, ਆਏ ਵੀ ਤੇ ਚੱਲੇ ਵੀ ਰਾਤੋਂ ਰਾਤ। ਤੇ ਦੂਜੀ ਗੱਲ, ਜੈ ਰਾਮ ਜੀ ਘਰ ਨਹੀਂ ਸੀ, ਉਹਨਾਂ ਵੀ ਗੁੱਸਾ ਕਰਨਾ ਸੀ ਵੀ ਜੇ ਸਾਹਿਬ ਜੀ ਆਏ ਸੀ ਤੇ ਮਿਲ ਕੇ ਕਿਉਂ ਨਹੀਂ ਗਏ, ਐਡੀ ਕੀ ਕਾਹਲੀ ਸੀ। ਪਰ ਭਾਈ ਬਾਲਾ ਜੀ ਦੀ ਭਾਵਨਾ ਵੇਖ, ਗੁਰੂ ਪਾਤਸ਼ਾਹ ਨੇ ਜਵਾਬ ਨਹੀਂ ਦਿੱਤਾ। ਕਹਿੰਦੇ ਬਿਸਤਰਾ ਲੈ ਆਓ ਸਾਡਾ, ਇੱਥੇ ਹੀ ਸੋਵਾਂਗੇ। ਕਿਉਂਕਿ ਅੱਗੇ ਘਰ ਘਰ ਹੁੰਦੇ ਸੀ। ਘਰ ਦਾ ਭਾਵ ਕੀ ਸੀ? ਭਾਵੇਂ ਛੱਤ ਤੇ ਸੌਂ ਜਾਓ, ਭਾਵੇਂ ਵਿਹੜੇ 'ਚ ਸੌਂ ਜਾਓ। ਅੱਜ ਅਸੀਂ ਆਪਣੇ ਘਰ ਸੇਫ ਹਾਂ ਜੀ। CCTV ਕੈਮਰੇ ਲਾ ਕੇ ਵੀ ਡਰ ਲੱਗਦਾ ਸਾਨੂੰ। ਹੁਣ ਉਹ ਵੀ ਵਿਚਾਰੇ ਕੀ ਕਰਨਗੇ? ਉਹ ਕਿਹੜਾ ਕੰਧ ਤੋਂ ਉੱਤਰ ਕੇ ਚੋਰ ਫੜ ਦੂਗਾ? ਫੜ ਸਕਦਾ ਜੀ CCTV ਕੈਮਰਾ? ਫੜੂ ਕਿਸੇ ਨੂੰ? ਨਹੀਂ, ਕੁਛ ਨਹੀਂ ਕਰ ਸਕਦਾ। ਸਿਰਫ ਇੱਕ ਤਸੱਲੀ ਜੀ ਹੈ ਵੀ ਲੱਗੇ ਹੋਏ ਆ, ਪਤਾ ਲੱਗਦਾ ਕੌਣ ਆਇਆ ਕੌਣ ਗਿਆ। ਪਰ ਉਹਨਾਂ ਸਮਿਆਂ 'ਚ ਦਰਵਾਜ਼ੇ ਖੁੱਲ੍ਹੇ ਸੀ, ਘਰ ਕੱਚੇ ਸੀ, ਲੋਕ ਇਮਾਨਦਾਰ ਸਨ, ਬੇਈਮਾਨਾ ਕੋਈ ਨਹੀਂ। ਆਪਣਾ ਘਰ ਆਪਣਾ ਸੀ, ਭਾਵੇਂ ਵਿਹੜੇ 'ਚ ਸੌਂ। ਤੇ ਬਜ਼ੁਰਗ ਸੌਂਦੇ ਸੀ ਮੰਜੀਆਂ 'ਤੇ ਜਾਂ ਛੱਤ 'ਤੇ ਸੌਂ ਜਾਣਾ। ਗੁਰੂ ਬਾਬਾ ਜੀ ਕਹਿੰਦੇ ਸਾਡੀਆਂ ਮੰਜੀਆਂ ਲੈ ਆਓ ਭਾਈ, ਪਲੰਘੇ ਲੈ ਆਓ, ਇੱਥੇ ਹੀ ਆਰਾਮ ਕਰਾਂਗੇ। ਕਵਲ ਬਦਨ ਸੁਠ ਗਿਆਨ ਕੋ ਸਦਨ, ਦਾਸ ਮੋਹ ਕੋ ਕਦਨ, ਦਰਸ਼ਨ ਦੋਖ ਹਾਨੇ। ਕਹਿੰਦੇ ਰਾਤ ਦਾ ਵੇਲਾ ਸੀ, ਭੋਜਨ ਛਕਾਇਆ ਗਿਆ ਬੜੇ ਅਦਬ ਦੇ ਨਾਲ, 3 ਪਲੰਘੇ ਡਾਹੇ ਗਏ ਆ। ਕੋਈ ਵਿਤਕਰਾ ਨਹੀਂ ਕਿਸੇ ਨਾਲ। ਸੱਚੀ ਪੁਰਾਣੇ ਸਮੇਂ 'ਚ ਕੋਈ ਵਿਤਕਰਾ ਨਹੀਂ ਸੀ ਹੁੰਦਾ। ਅੱਜ ਤੋਂ 50 ਸਾਲ 30 ਸਾਲ ਪਿੱਛੇ ਜਾ ਕੇ ਵੇਖੋ, ਇੱਕੋ ਜਿਹੇ ਮੰਜੇ ਘਰ ਦੇ ਮਾਲਕ ਦੇ ਹੁੰਦੇ ਸੀ, ਉਹੋ ਜਿਹੇ ਮੰਜੇ ਮਹਿਮਾਨਾਂ ਦੇ ਹੁੰਦੇ ਸੀ। ਅੱਜ ਕੱਲ੍ਹ ਵਿਤਕਰੇ ਆ। ਸਾਡੇ ਕਮਰੇ ਨੂੰ AC ਲੱਗਾ ਹੁੰਦਾ ਹੈ ਤੇ ਰਿਸ਼ਤੇਦਾਰ ਨੂੰ ਕੂਲਰ। ਅਗਲਾ ਕਹਿੰਦਾ ਯਾਰ ਅਸੀਂ ਨਹੀਂ ਜਾਂਦੇ ਇਹਨਾਂ ਦੇ, ਇਹਦੇ ਫਰਕ ਰੱਖਦੇ ਆ। ਅੱਗੇ ਕਿਹੋ ਜਿਹਾ ਸੀ?
ਜਿਹੋ ਜੀਆਂ ਦਰੀਆਂ ਤੁਹਾਡੇ ਕੋਲ, ਜਿਹੋ ਜੀਆਂ ਤਲਾਈਆਂ ਤੁਹਾਡੇ ਕੋਲ, ਉਹ ਤੋਂ ਵਧੀਆ ਮਹਿਮਾਨ ਕੋਲ ਹੁੰਦੀਆਂ ਸੀ। ਉਹਨੂੰ ਕਹਿੰਦੇ ਸੀ ਮਹਿਮਾਨਵਾਜ਼ੀ। ਪਲੰਘੇ ਲਾਏ ਗਏ, ਭੋਜਨ ਬਹਿ ਕੇ ਛਕਿਆ। ਕਹਿੰਦੇ ਫਿਰ ਰਾਤ ਵੇਲੇ ਦਾ ਦੁੱਧ ਛਕਿਆ ਸਾਰੇ ਪਰਿਵਾਰ ਨੇ ਬੈਠ ਕੇ। ਇਹੋ ਜਿਹਾ ਏਕਾ ਭਾਈਚਾਰਾ ਕਿੱਥੇ ਰਹਿ ਗਿਆ ਅੱਜ? ਘਰ ਘਰ ਨਹੀਂ ਹੈ, ਘਰ ਪੀਜੀ ਬਣੇ ਹੋਏ ਆ, ਆਪਣੇ ਆਪਣੇ ਕਮਰੇ ਨੇ ਸਾਰਿਆਂ ਦੇ। ਨਾ ਕੋਈ ਇਕੱਠਾ ਸੋਵੇ, ਨਾ ਕੋਈ ਇਕੱਠਾ ਬਹਿਵੇ, ਨਾ ਕੋਈ ਬਹਿ ਕੇ ਗੱਲ ਕਰੇ। ਜੇ ਬੈਠੇ ਵੀ ਇਹ ਤੇ ਹੱਥਾਂ 'ਚ ਕਲਯੁਗ ਦੀ ਡੱਬੀ ਫੜੀ ਹੋਈ ਹੈ। ਪਰਿਵਾਰ ਦੇ 5 ਮੈਂਬਰ ਨੇ, 5 ਦੇ ਹੱਥ ਫੋਨ ਨੇ, ਨਾ ਕੋਈ ਕਿਸੇ ਦੀ ਸੁਣੇ ਨਾ ਕਿਸੇ ਦੀ ਮੰਨੇ, ਹੂੰ ਹਾਂ ਕਰੀ ਜਾਂਦੇ ਆ। ਫਰਕ ਪੈ ਗਿਆ ਨਾ। ਪਰ ਉਸ ਵੇਲੇ ਬੈਠੇ ਆ ਬੇਬੇ ਨਾਨਕੀ ਜੀ ਤੋਂ ਸਤਿਗੁਰ ਪੁੱਛਦੇ ਆ, ਨਵਾਬ ਦੌਲਤ ਖਾਂ ਜੀ ਦਾ ਕੀ ਹਾਲ ਹੈ, ਜਿਨ੍ਹਾਂ ਕੋਲ ਚਾਕਰੀ ਕੀਤੀ, ਨੌਕਰੀ ਕੀਤੀ ਹੈ। ਪੰਡਤ ਨਿਧੇ ਬਾਰੇ ਪੁੱਛਿਆ। ਹੋਰ ਜਿਹੜੇ ਲੋਕ ਮਰਦ ਨੂੰ ਜਾਣਦੇ ਸੀ, ਭਾਵੇਂ ਕੋਈ ਭਲਾ ਕਹਿੰਦਾ ਸੀ, ਭਾਵੇਂ ਬੁਰਾ ਕਹਿੰਦਾ ਸੀ, ਸਭ ਦੇ ਬਾਰੇ ਜਾਣਕਾਰੀ ਲੈਂਦੇ ਨੇ। ਬਿਤ ਆਇਓ ਹੈ ਜੈ ਰਾਮ, ਦੌਰ ਕੀਨੀ ਹੈ ਪ੍ਰਨਾਮ, ਗੋਰੇ ਹਾਥ ਸੋ ਚਾਏ ਤਾਂ ਕੋ ਬੰਦ ਨਾ ਕਰਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਸਾਰਿਆਂ ਦੇ ਸੁਣਦੇ ਆ। ਸੁਭਾਵਕ ਸਤਿਗੁਰਾਂ ਦੇ ਜੀਜਾ ਜੈ ਰਾਮ ਜੀ ਜਿਹੜੇ ਕਈ ਦਿਨਾਂ ਲਈ ਬਾਹਰ ਗਏ ਹੋਏ ਸੀ, ਵਾਂਢੇ ਗਏ, ਕਿਤੇ ਦੂਰ ਪਾਰ ਗਏ ਸੀ, ਸੁਭਾਵਕ ਹੀ ਘਰ ਆ ਗਏ। ਸਾਰਾ ਪਰਿਵਾਰ ਗੱਲਾਂ 'ਚ ਲੱਗਿਆ। ਮਹਾਰਾਜ ਭੱਜ ਕੇ ਗਏ, ਜਾ ਕੇ ਨਾ ਜੀਜਾ ਜੀ ਦੇ ਚਰਨਾਂ 'ਤੇ ਮੱਥਾ ਟੇਕਤਾ। ਉਹਨਾਂ ਨੇ ਗੁਰੂ ਸਾਹਿਬ ਦੇ ਚਰਨ ਫੜ ਲਏ। ਹੈਰਾਨ ਹੋ ਗਏ ਵੀ ਅੱਜ ਕਿੱਦਾਂ ਚੰਦ ਚੜ੍ਹ ਆਏ, ਕਿੱਥੋਂ ਆ ਗਏ। ਸਤਿਗੁਰਾਂ ਦੇ ਜੀਜਾ ਜੀ ਨੂੰ ਤੇ ਯਕੀਨ ਹੀ ਨਹੀਂ ਹੁੰਦਾ ਵੀ ਗੁਰੂ ਨਾਨਕ ਪਾਤਸ਼ਾਹ ਕਈ ਸਾਲਾਂ ਬਾਅਦ ਆ ਗਏ। ਬੜੇ ਖੁਸ਼ ਨੇ। ਕਹਿੰਦੇ ਉਹਨਾਂ ਨੇ ਨਾ ਚਾਅ ਵਿੱਚ ਗੁਰੂ ਪਾਤਸ਼ਾਹ ਨੂੰ ਗੋਦੀ ਚੁੱਕ ਲਿਆ। ਕਿੰਨਾ ਪ੍ਰੇਮ ਕਰਦੇ ਹੋਣਗੇ। ਗੋਦੀ ਚੁੱਕ ਕੇ ਸਤਿਗੁਰਾਂ ਨੂੰ ਵਿਹੜੇ 'ਚ ਘੁਮਾਉਂਦੇ ਆ। ਰਾਤ ਦਾ ਵੇਲਾ ਹੈ, ਮਸਾਲਾਂ ਜਗਦੀਆਂ ਨੇ, ਕੈਂਡਲ ਲਾਈਟ, ਹਲਕੀ ਹਲਕੀ ਰੋਸ਼ਨੀ ਹੈ, ਚੰਦ ਚਾਨਣੀ ਰਾਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪ੍ਰੇਮ ਕਰਦੇ, ਅੱਖਾਂ ਭਰੀਆਂ ਹੋਈਆਂ। ਕਹਿੰਦੇ ਬਾਬਾ ਕਿੱਥੇ ਤੁਰ ਗਿਆ ਸੀ। ਅੱਜ ਦੇ ਸਮੇਂ ਕੋਈ ਬਾਬਾ ਕਹਿ ਦੋ, ਸਮਝ ਲਓ ਗੋਲੀ ਮਾਰਤੀ। ਕਿਉਂਕਿ ਮੇਰੇ ਵਰਗੇ ਨੂੰ ਬਾਬਾ ਕਹਿੰਦਾ ਨਾ ਸ਼ਰਮ ਜੀ ਆਉਂਦੀ, ਯਾਰ ਵੀ ਲੱਗਦਾ ਇਹ ਗੋਲੀ ਮਾਰਨ ਵਾਲਾ ਕੰਮ ਕਰਦਾ। ਪਰ ਉਹਨਾਂ ਸਮਿਆਂ ਵਿੱਚ ਬਾਬਾ ਕਹਿਣਾ ਪੂਜਣਯੋਗ ਸ਼ਬਦ ਸੀ, ਸਤਿਕਾਰਯੋਗ। ਕਹਿੰਦੇ ਬਾਬਾ ਕਿੱਥੇ ਦੂਰ ਗਏ ਸੀ। ਬੂਝਤ ਕੁਸ਼ਲ ਬੈਸੇ ਸਾਦਰ ਸੇ ਮਿਲ, ਨਿਕੇ ਭੋਜਨ ਕਰਾਇਓ ਸ਼ੌਕ ਮਨ ਕੇ ਹਰਤ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੂੰ ਪਲੰਘੇ ਤੇ ਬਿਠਾਇਆ। ਜੀਜਾ ਜੈ ਰਾਮ ਜੀ ਕੋਲ ਬੈਠੇ, ਸੁਖ ਸਾਂਦ ਹੋਈ। ਮਰਜ ਪੁੱਛਦੇ ਆ ਕੰਮ ਕਾਜ ਕਿਵੇਂ ਚੱਲਦਾ। ਕਹਿੰਦੇ ਸਭ ਪਰਮਾਤਮਾ ਦੀ ਦਇਆ ਦ੍ਰਿਸ਼ਟੀ। ਸਤਿਗੁਰਾਂ ਦੇ ਜੀਜਾ ਜੀ ਨੇ ਕੋਲ ਬਹਿ ਕੇ ਪ੍ਰਸ਼ਾਦਾ ਛਕਿਆ ਪਲੰਘੇ ਤੇ। ਬੜੀਆਂ ਲੰਮੀਆਂ ਗੱਲਾਂ, ਬਚਨ ਵਿਲਾਸ। ਪਰ ਉਹ ਵਾਰ-ਵਾਰ ਇੱਕੋ ਗੱਲ ਕਹਿੰਦੇ ਆ, ਕਹਿੰਦੇ ਸਾਨੂੰ ਯਕੀਨ ਨਹੀਂ ਹੁੰਦਾ ਤੁਸੀਂ ਘਰ ਆ ਗਏ। ਘਰ ਆਇਆ ਵੀ ਸਾਨੂੰ ਭਰੋਸਾ ਹੁੰਦਾ ਨਹੀਂ। ਖਾਏ ਕੇ ਅਸਨ ਪੋਡੇ ਸੁਭਗ ਬਸਨ ਲੈ, ਜਾ ਕੇ ਦਰਸ਼ਨ ਭਵ ਬੰਧਨ ਟਰਤ ਹੈ। ਕਹਿੰਦੇ ਗੱਲਾਂ ਕਰਦੇ ਆ, ਬਚਨ ਕਰਦੇ ਆ। ਰਾਤ ਹੋ ਗਈ, ਪੌਣੀ ਰਾਤ ਬਤੀਤ ਹੋਈ। ਚਾਦਰੇ ਲਏ ਨੇ, ਸੁਭਾਵਕ ਬਚਨ ਵਿਲਾਸ ਕਰਦੇ ਆ ਅੱਖ ਲੱਗ ਗਈ। ਗੁਜ਼ਰ ਗਈ ਸੁੱਖਾਂ ਭਰੀ ਰਾਤ। ਅੱਗੇ ਲੋਕਾਂ ਕੋਲ ਸਟ੍ਰੈਸ ਨਹੀਂ ਸੀ ਹੁੰਦਾ, ਚਿੰਤਾ ਨਹੀਂ ਸੀ ਹੁੰਦੀ। ਤੂੜੀ ਵਾਲੇ ਕੋਠੇ ਵਿੱਚ ਪਏ, ਉੱਥੇ ਵੀ ਨੀਂਦ ਆ ਜਾਂਦੀ ਸੀ। ਮੱਛਰਾਂ 'ਚ ਪਏ ਵੀ ਸੌਂ ਜਾਂਦੇ ਸੀ। ਹੁਣ ਸਾਰਾ ਕੁਝ ਲਾ ਕੇ, ਸਾਰੀਆਂ ਸਹੂਲਤਾਂ ਲਾ ਕੇ, ਗੱਦੇ ਵੀ ਲੱਗੇ ਆ। ਮਾਫ ਕਰਿਓ, ਸਿਰਫ ਫੋਨ ਨੂੰ ਰੈਸਟ ਦਿਵਾਉਣ ਲਈ ਸੋਈ ਦਾ ਆਖੋ ਸਤਿਨਾਮ, ਵੀ ਇਹ ਗਰਮ ਨਾ ਹੋ ਜੇ। ਸਾਰਾ ਦਿਨ ਹੀ ਚੱਲਦਾ, ਅੱਖ ਨਹੀਂ ਲੱਗਦੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਤ ਕੱਟੀ। ਅੰਮ੍ਰਿਤ ਵੇਲਾ ਹੋਇਆ, ਪਹਿਰ ਰਾਤ ਰਹਿੰਦੀ। ਸਤਿਗੁਰ ਜੀ ਜਾਗੇ ਹਨ। ਡੇਢ ਜਾਮ ਜਾਮਨੀ ਤੇ ਕਿਨੋ ਇਸ਼ਨਾਨ ਨੀਰ, ਜਗਤ ਉਧਾਰ ਵੇਖੀ ਕਾਮਨਾ ਤਰਤ ਹੈ। ਦੁਨੀਆ ਦਾ ਉਧਾਰ ਕਰਨ ਵਾਲੇ, ਪਖੰਡਾਂ ਨੂੰ ਕੱਟਣ ਵਾਲੇ ਅੰਮ੍ਰਿਤ ਵੇਲੇ ਜਾਗੇ। ਭਾਈ ਬਾਲਾ ਮਰਦਾਨਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਅੱਜ ਸੁਭਾਵਕ ਵੇਈ ਨਦੀ ਤੇ ਆਏ। ਉਹ ਤੇ ਨਦੀ ਵੀ ਰੋਂਦੀ ਸੀ ਚੇਤੇ ਕਰ ਕਰਕੇ, ਮੇਰਾ ਸੱਜਣ ਕਿੱਥੇ ਹੈ। ਅੱਜ ਗੁਰੂ ਪਾਤਸ਼ਾਹ ਆਏ, ਚੁੱਭੀ ਲਾਈ, ਪਹਿਲਾਂ ਵਾਂਗੂ ਇਸ਼ਨਾਨ ਕੀਤਾ, ਨਦੀ ਦੇ ਕਿਨਾਰੇ ਬਹਿ ਕੇ ਰੱਬ ਦੀ ਬੰਦਗੀ ਕੀਤੀ ਹੈ। ਕਬਿਤ ਭੋਰ ਭਈ ਚਲ ਵੇਖੋ, ਤਿਆਰ ਭਏ ਦੀਨਾਨਾਥ, ਬੋਲੇ ਮਰਦਾਨੇ ਸੋਰ ਬਾਬ ਕੰਦੇ ਲੀਜੀਏ। ਸਵੇਰ ਦਾ ਵੇਲਾ ਹੋਇਆ ਜੀ, ਘਰੇ ਆਏ, ਅੰਮ੍ਰਿਤ ਵੇਲੇ ਦਾ ਭੋਜਨ ਛਕਿਆ। ਬਾਜਰੇ ਦੀ ਰੋਟੀ, ਮੱਖਣ, ਜੋ ਉਹਨਾਂ ਸਮਿਆਂ ਦੀ ਸੁਗਾਤ ਸੀ, ਲੱਸੀ ਨਾਲ, ਗੰਢੇ ਨਾਲ। ਛਕਣ ਤੋਂ ਬਾਅਦ ਸਤਿਗੁਰ ਕਹਿੰਦੇ ਭਾਈ ਮਰਦਾਨਿਆਂ ਚੋਕਰ ਬਾਬ
ਬਾਲਿਆ ਚੁਕਲਾ ਬਸਤਰ, ਕਹਿੰਦੇ ਪਾਤਸ਼ਾਹ 7 ਵਚਨ। ਇੰਨੇ ਵਚਨ ਕਹਿ ਕੇ ਸਾਹਿਬਾਨ ਨੇ ਚਰਨਾਂ ਵਿੱਚ ਖੜਾਵਾਂ ਪਾਈਆਂ ਨੇ। ਸੁਸਾ ਸੁਣਿਆਏ ਬਾਣੀ ਬਦਨ ਅਲਾਏ, ਏਕ ਮਾਸ ਰਹੋ ਭਾਈ ਮੇਰੀ ਬਿਨਤੀ ਮਨੀਜੀਏ। ਗੁਰੂ ਨਾਨਕ ਪਾਤਸ਼ਾਹ ਜਦੋਂ ਜਾਣ ਲਈ ਤਿਆਰ ਹੋਏ ਨਾ, ਬੇਬੇ ਨਾਨਕੀ ਭੱਜ ਕੇ ਅੰਦਰੋਂ ਬਾਹਰ ਆ ਗਏ। ਸਤਿਗੁਰ ਲੱਗੇ ਤੁਰਨ, ਬਾਹਾਂ ਖਿਲਾਰ ਕੇ ਅੱਗੇ ਖੜ ਕੇ ਕਹਿੰਦੇ ਪਾਤਸ਼ਾਹ ਰੁਕ ਜਾਓ, ਇੱਕ ਸ਼ਰਤ ਹੈ। ਆਏ ਆਪਣੀ ਮਰਜ਼ੀ ਨਾਲ ਸੀ, ਜਾਓਗੇ ਸਾਡੀ ਮਰਜ਼ੀ ਨਾਲ। ਆਖੋ ਸਤਿਨਾਮ। ਮਰਦ ਨੇ ਹੱਥ ਜੋੜੇ, ਭੈਣ ਜੀ ਤੁਸੀਂ ਯਾਦ ਕੀਤਾ ਸੀ, ਚੱਲ ਕੇ ਜ਼ਰੂਰ ਆਏ ਆ, ਅੱਗੋਂ ਵੀ ਆਉਂਦੇ ਰਵਾਂਗੇ। ਕਹਿੰਦੇ ਨਹੀਂ ਗਰੀਬ ਨਵਾਜ਼, ਮੇਰੀ ਭਾਵਨਾ ਤੇ ਪੂਰੀ ਨਹੀਂ ਹੋਈ, ਕਿਰਪਾ ਕਰੋ 1 ਮਹੀਨਾ ਇਸ ਨਗਰ 'ਚ ਬਤੀਤ ਕਰੋ, ਫਿਰ ਜਿੱਥੇ ਮਰਜ਼ੀ ਵਿੱਚ ਰਹੇ। ਬੜੀ ਵੱਡੀ ਕਿਸਵੱਟੀ ਹੈ ਜੀ। ਸਤਿਗੁਰ ਤੇ ਕੁਛ ਮਿੰਟਾਂ ਲਈ ਆਏ ਸੀ, ਕਰਾਤ ਕੱਟ ਲਈ, ਪਰ ਬੇਬੇ ਨਾਨਕੀ ਹੱਥ ਜੋੜ ਕੇ ਕਹਿੰਦੇ ਮਰਜੇ ਵਾਸਤਾ ਹੀ ਹੈ, ਸਾਡੀ ਅਰਦਾਸ ਹੈ। ਸਿੱਧੇ ਨਿਤ ਚਾ ਕਿਤੇ ਦਿਨ ਮੈਂ ਦਿਖਾਇਓ ਮੁਖ, ਮੁਖ ਸੁਖ ਦੀਜੇ ਨਿਜ ਸਦਨ ਰਹੀ ਜੀਏ। ਮਹਾਰਾਜ ਕਿੰਨਾ ਲੰਮਾ ਸਮਾਂ ਬਤੀਤ ਹੋ ਗਿਆ, ਆਪ ਜੀ ਦਾ ਮੁਖ ਨਹੀਂ ਵੇਖਿਆ। ਦਿਨ ਗੁਜ਼ਰ ਗਿਆ, ਰਾਤ ਗੁਜ਼ਰ ਗਈ, ਕੁਛ ਨਹੀਂ ਪਤਾ ਲੱਗਿਆ। ਪਰ ਅੱਜ ਆਪ ਜੀ ਆਏ ਹੋ, ਸਾਰੀ ਰਾਤ ਤੇ ਇਦਾਂ ਹੀ ਬਤੀਤ ਹੋ ਗਈ, ਮੁਖੜਾ ਤੁਹਾਡਾ ਵੇਖਿਆ ਨਹੀਂ। 1 ਮਹੀਨਾ ਰਹਿ ਕੇ ਕੋਲ ਬਹਿ ਕੇ ਵੇਖਣਾ ਚਾਹੁੰਦੇ ਆ। ਭੈਣ ਜੀ ਪਤਾ ਕੀ ਸੋਚਦੇ ਆ, ਵੀ ਜੇ ਸਤਿਗੁਰ ਰਹਿਣਗੇ ਨਾ, ਮੈਂ ਆਪਣੇ ਮਾਤਾ ਪਿਤਾ ਨੂੰ ਬੁਲਾ ਕੇ ਮਰਦ ਦੇ ਦੀਦਾਰ ਕਰਾ ਦਿਆਂ, ਮੁਲਾਕਾਤ ਕਰਾ ਦਿਆਂ। ਭੈਣਾਂ ਨੂੰ ਕਿੰਨਾ ਫਿਕਰ ਹੁੰਦਾ ਭਰਾਵਾਂ ਦਾ, ਮਾਪਿਆਂ ਦਾ ਵੀ। ਮਨ 'ਚ ਇੱਛਾ ਸੀ, ਸਤਿਗੁਰਾਂ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਤੁਹਾਨੂੰ ਜਾਣ ਨਹੀਂ ਦਿਆਂਗੇ। ਸਤਿਗੁਰਾਂ ਦੇ ਜੀਜਾ ਜੈ ਰਾਮ ਜੀ ਵੀ ਆਖਣ ਮਹਾਰਾਜ ਸਾਡੇ ਕਹੇ ਤੇ ਬੇਨਤੀ ਮੰਨ ਲਓ। ਉਹਨਾਂ ਫਿਰ ਬਾਬਾ ਸ੍ਰੀ ਚੰਦ ਜੀ ਨੂੰ ਅੱਗੇ ਕੀਤਾ, ਇਹਨਾਂ ਕਰਕੇ ਰੁਕ ਜਾਓ। ਪਰ ਉਹ ਇਹ ਨਹੀਂ ਜਾਣਦੇ ਵੀ ਗੁਰੂ ਸਾਹਿਬ ਲਈ ਇਹ ਗੱਲਾਂ ਕੁਛ ਵੀ ਨਹੀਂ, ਕੋਈ ਮੋਹ ਥੋੜੀ ਉਹਨਾਂ ਨੂੰ। ਜੇ ਉਹ ਰੁਕਣ ਤੇ ਆਉਣਗੇ ਤੇ ਭੈਣ ਜੀ ਦਾ ਬਚਨ ਮੰਨ ਕੇ ਰੁਕ ਜਾਣਗੇ, ਨਹੀਂ ਰੁਕਣਗੇ ਭਾਵੇਂ ਪੁੱਤ ਵੀ ਚਰਨ ਫੜ ਲਏ ਫਿਰ ਵੀ ਨਹੀਂ ਰੁਕਣਾ ਉਹਨਾਂ। ਭਾਈ ਮਰਦਾਨੇ ਨੇ ਮੋਢੇ ਤੇ ਰਵਾਬ ਰੱਖੀ, ਮਨ 'ਚ ਖਿਆਲ ਆਉਂਦਾ ਵੀ ਜੇ ਗੱਲ ਮੰਨ ਹੀ ਲੈਣ ਮਰਦ, 1 ਮਹੀਨਾ ਇੱਥੇ ਰੁਕੀਏ, ਇੱਥੇ ਆਰਾਮ ਕਰੀਏ। ਭਾਖਤ ਜੈ ਰਾਮ ਐਸੇ ਕੌਣ ਤੁਮ ਕਾਮ, ਪੌਨ ਫਿਰੇ ਬੋ ਕਾਲ ਬਿਸਰਾਮ ਅਬ ਕੀਜੀਏ। ਫਿਰ ਸਤਿਗੁਰਾਂ ਦੇ ਜੀਜਾ ਜੈ ਰਾਮ ਜੀ ਰੋਬ ਨਾਲ ਆਖਣ ਲੱਗੇ, ਕਹਿੰਦੇ ਇਹੋ ਜਿਹਾ ਕਿਹੜਾ ਕੰਮ ਖੜਿਆ ਤੁਹਾਡਾ ਜਿਹੜਾ ਹੁਣੇ ਭੱਜੇ ਚੱਲੇ। ਇਹ ਪ੍ਰੇਮ ਦੀਆਂ ਗੱਲਾਂ। ਕਹਿੰਦੇ ਜੋ ਮਰਜ਼ੀ ਹੋਵੇ 1 ਮਹੀਨਾ ਮੈਂ ਨਹੀਂ ਤੁਹਾਨੂੰ ਜਾਣ ਦੇਣਾ। ਭਾਈ ਮਰਦਾਨੇ ਤੋਂ ਰਵਾਬ ਫੜ ਕੇ ਅੰਦਰ ਰੱਖ ਲਈ। ਕਹਿੰਦੇ ਕੋਈ ਗੱਲ ਨਹੀਂ, ਕੋਈ ਕੰਮ ਨਹੀਂ ਖੜਦਾ ਤੁਹਾਡਾ। ਇੰਨਾ ਘੁੰਮ ਲਏ, ਇੰਨਾ ਵਿਚਰ ਲਏ 3-4 ਸਾਲਾਂ ਤੋਂ, ਹੁਣ 1 ਮਹੀਨਾ ਤੁਹਾਨੂੰ ਆਰਾਮ ਕਰਨਾ ਹੀ ਪੈਣਾ। ਆਖੋ ਸਤਨਾਮ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਲਿਆ ਫਿਰ ਕਿਵੇਂ ਕਰੀਏ? ਕਹਿੰਦੇ ਮਾਲਕਾ ਹੀ ਨਾ ਮਾਲਕਾ ਅੱਗੇ ਆਪਣਾ ਜ਼ੋਰ ਨਹੀਂ। ਮੌਜ ਹੈ ਤੁਹਾਡੀ। ਸਤਿਗੁਰ ਸੋਚ ਰਹੇ ਆ, ਵੇਖ ਰਹੇ ਆ, ਕਿਉਂਕਿ ਬਹੁਤ ਵੱਡੇ ਮਿਸ਼ਨ ਤੇ ਗੁਰੂ ਪਾਤਸ਼ਾਹ ਨੇ ਜਾਣਾ ਹੈ। ਅਗਲੀ ਉਦਾਸੀ ਦਾ ਗੁਰੂ ਪਾਤਸ਼ਾਹ ਸਫ਼ਰ ਤੈਅ ਕਰਨਗੇ, ਜੋ ਤੀਜੀ ਉਦਾਸੀ ਹੈ। ਕਿੱਦਾਂ ਕਿੱਦਾਂ ਖੇਡਾਂ ਵਰਤਾਉਣਗੇ, ਆਉਣ ਵਾਲੇ ਦਿਨਾਂ ਵਿੱਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।